ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟਹਿ ਸਭ ਤੇਰੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ, ਏਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ, ਦਿਸਨ ਸਭੇ ਸ਼ਾਰ। ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਬਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਹਰ ਮਿਲਣੈ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ, ਹੋਂ ਤਿਨ ਕੈ ਸਦ ਬਲਿਹਾਰ। ਨਾਨਕ ਹਰ ਜੀ ਮਇਆ ਕਰ, ਸ਼ਬਦ ਸਵਾਰਣ ਹਾਰ। ਸਾਵਣ ਤਿਨਾ ਸੁਹਾਗਣੀ, ਜਿਸ ਰਾਮ ਨਾਮ ਉਰਹਾਰ। ਨਾਨਕ ਹਰ ਜੀ ਮਇਆ ਕਰ, ਸ਼ਬਦ ਸਵਾਰਣ ਹਾਰ। ਸਾਵਣ ਤਿਨਾ ਸੁਹਾਗਣੀ, ਜਿਸ ਰਾਮ ਨਾਮ ਉਰਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ, ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰਗੋਦ ਵਿੱਚ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਅੱਜ ਆਪਾਂ ਸਾਰੇ ਰਲ ਮਿਲ ਕੇ ਉਸ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਜਿਨ੍ਹਾਂ ਨੂੰ ਆਪਾਂ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ। ਹਮੇਸ਼ਾ ਬੇਨਤੀ ਕਰਦੇ ਹਾਂ ਕਿ ਜਿੱਥੇ ਸਿੰਘਾਂ ਨੂੰ ਯਾਦ ਕੀਤਾ ਜਾਂਦਾ ਹੈ, ਉੱਥੇ ਸਿੰਘਣੀਆਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਜੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਨੇ ਤਾਂ ਉਹਨਾਂ ਨੂੰ ਕੁਰਬਾਨੀਆਂ ਦੀ ਪ੍ਰੇਰਨਾ ਦੇਣ ਵਾਲੀਆਂ ਸਿੰਘਣੀਆਂ ਸਨ। ਸਿੰਘਣੀਆਂ ਦਾ, ਬੀਬੀਆਂ ਦਾ ਬਹੁਤ ਵੱਡਾ ਰੋਲ ਕਹਿ ਲਓ, ਬਹੁਤ ਵੱਡਾ ਯੋਗਦਾਨ ਸੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਧਰਮ ਦੇ ਵਾਸਤੇ, ਆਪਣੇ ਫਰਜ਼ ਦੇ ਵਾਸਤੇ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕੀਤਾ, ਬੰਦ ਕਟਾਏ, ਖੋਪਰੀਆਂ ਲੋਹਾਈਆਂ। ਖੋਪਰੀਆਂ ਬਹੁ ਬਚਨ ਹੈ, ਇਹ ਤੋਂ ਭਾਵ ਇਹ ਹੈ ਕਿ ਖੋਪਰੀ ਕੇਵਲ ਤੇ ਕੇਵਲ ਕੱਲੇ ਭਾਈ ਤਾਰੂ ਸਿੰਘ ਜੀ ਦੀ ਹੀ ਨਹੀਂ ਉਤਾਰੀ ਗਈ। ਬੜੇ ਐਸੇ ਸਾਡੇ ਕੌਮ ਦੇ ਵਿੱਚ ਯੋਧੇ ਹੋਏ ਨੇ ਜਿਹੜੇ ਹੋ ਸਕਦਾ ਇਤਿਹਾਸ ਦੇ ਪੰਨਿਆਂ ਦੇ ਉੱਪਰ ਉਹਨਾਂ ਦਾ ਨਾਮ ਸਾਡੇ ਤੋਂ ਨਾ ਲਿਖਿਆ ਗਿਆ ਹੋਵੇ। ਹਮੇਸ਼ਾ ਬੇਨਤੀ ਕਰਦਾ, ਜਿਨ੍ਹਾਂ ਬੰਦ ਕਟਵਾਇਆ ਤੇ ਜਿਨ੍ਹਾਂ ਨੇ ਖੋਪਰੀਆਂ ਲੋਹਾਈਆਂ ਤੇ ਇੱਥੋਂ ਤੱਕ ਕਿ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਵਾ ਮਣ ਦੇ ਪੀਸਣੇ ਪੀਸੇ, ਉਹਨਾਂ ਸਾਰਿਆਂ ਦਾ
ਕੇਵਲ ਟੂਕ ਮਾਤਰ ਸ਼ਹੀਦੀ ਸ਼ਹਾਦਤ ਬਾਰ ਸ਼ਹਾਦਤ ਦੇ ਵੱਲ ਜ਼ਿਕਰ ਕੀਤਾ, ਨਾਮ ਨਹੀਂ ਲਿਆ, ਕੇਵਲ ਇਸ਼ਾਰਾ ਕੀਤਾ। ਇਹਦਾ ਮਤਲਬ ਕਿ ਇਸ ਕੌਮ ਦੇ ਵਿੱਚ ਇੱਕ ਬੇਨਤੀ ਕਰਾਂ, ਵੈਸੇ ਸ਼ਹੀਦ ਕਦੀ ਵੀ ਕੋਈ ਪੁਰਾਣਾ ਨਹੀਂ ਹੁੰਦਾ। ਸ਼ਹੀਦ ਹਮੇਸ਼ਾ ਹੀ ਵਰਤਮਾਨ ਸਮੇਂ ਦੇ ਵਿੱਚ ਰਹਿੰਦਾ ਹੈ, ਕਿਉਂਕਿ ਜੇ ਸ਼ਹੀਦ ਪੁਰਾਣਾ ਹੈ ਤਾਂ ਫਿਰ ਇਹਦਾ ਮਤਲਬ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸ਼ਹੀਦ ਹੋਣਗੇ ਫਿਰ ਉਹਨਾਂ ਦੀ ਕੋਈ ਪਾਇਆ ਨਹੀਂ ਰਹਿ ਜਾਂਦੀ। ਇਸ ਲਈ ਸਾਡੀ ਕੌਮ ਦੇ ਵਿੱਚ ਸਮੇਂ-ਸਮੇਂ ਅਨੁਸਾਰ ਜਦੋਂ ਵੀ ਕੋਈ ਲੋੜ ਪੈਂਦੀ ਹੈ, ਗੁਰੂ ਸਾਹਿਬ ਜੀ ਤੋਂ ਜਿਵੇਂ ਜਿਸ ਤਰੀਕੇ ਦੇ ਨਾਲ ਉਹ ਸੇਵਾ ਲੈਂਦੇ ਨੇ ਉਹ ਤੋਂ ਲੈ ਲੈਂਦੇ ਨੇ। ਸੋ ਆਓ ਜਦੋਂ ਅੱਜ ਆਪਾਂ ਘਰਾਂ ਤੋਂ ਤੁਰੇ ਹੋਵਾਂਗੇ ਤਾਂ ਸਭ ਦੇ ਮਨਾਂ ਦੇ ਵਿੱਚ ਇਹ ਗੱਲ ਹੋਣੀ ਹੈ ਕਿ ਅੱਜ ਸੰਗਰਾਂਦ ਹੈ, ਸਾਉਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਭਾਵੇਂ ਅੱਜ ਤੋਂ 2 ਦਿਨ ਪਹਿਲੋਂ ਸਾਵਣ ਮਹੀਨੇ ਦੀ ਆਰੰਭਤਾ ਹੋਈ ਹੈ, ਪਰ ਅੱਜ ਆਪਾਂ ਮਨਾ ਰਹੇ ਹਾਂ। ਪਰ ਹਰ ਇੱਕ ਦੇ ਮਨ ਵਿੱਚ ਹੋਵੇਗਾ ਵੀ ਅੱਜ ਸੰਗਰਾਂਦ ਹੈ, ਸੰਗਰਾਂਦ ਮਹੀਨੇ ਦਾ ਆਪਾਂ ਸ਼ਬਦ ਸੁਣਾਂਗੇ। ਬੜੇ ਟਾਵੇਂ ਤੇ ਵਿਰਲੇ ਹੋਣਗੇ ਜਿਨ੍ਹਾਂ ਦੇ ਮਨ ਵਿੱਚ ਇਹ ਹੋਵੇਗਾ ਕਿ ਅੱਜ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਵੀ ਸ਼ਹੀਦੀ ਦਿਹਾੜਾ ਹੈ। ਜਦੋਂ 1716 ਦੇ ਵਿੱਚ ਬੰਦਾ ਸਿੰਘ ਬਹਾਦਰ ਜੀ ਅਤੇ ਨਾਲ ਦੇ ਸਿੰਘਾਂ ਦੀ ਸ਼ਹਾਦਤ ਤੇ ਸ਼ਹੀਦੀ ਹੋਈ, 18ਵੀਂ ਸਦੀ ਦਾ ਉਦੋਂ ਦੌਰ ਚੱਲ ਰਿਹਾ ਸੀ ਤੇ ਉਸ ਸਮੇਂ ਮੌਕੇ ਦੀ ਹਕੂਮਤ ਜਿਹੜਾ ਲਾਹੌਰ ਦਾ ਸੀ, ਜ਼ਕਰੀਆ ਖਾਨ, ਉਹਨੇ ਐਲਾਨੀਆ ਇਹ ਹੁਕਮ ਕਰ ਦਿੱਤਾ ਕਿ ਇਹ ਜਿੰਨੇ ਵੀ ਸਿੰਘ ਨੇ ਜਾਂ ਸਿੰਘਣੀਆਂ ਨੇ ਜਾਂ ਬੱਚੇ ਹਨ, ਇਹਨਾਂ ਦਾ ਖੁਰਾ ਖੋਜ ਮੈਂ ਮਿਟਾ ਦਿੱਤਾ। ਉਹਨੇ ਇਹ ਗੱਲ ਆਪਣੇ ਮਨ ਵਿੱਚ ਮਹਿਸੂਸ ਕਰ ਲਈ ਸੀ ਤੇ ਉਹ ਬੜਾ ਬੇਖੌਫ ਹੋ ਗਿਆ ਸੀ ਵੀ ਹੁਣ ਤਾਂ ਇਹ ਸਭ ਖਤਮ ਹੋ ਗਏ, ਸਭ ਜੰਗਲਾਂ ਦੇ ਵਿੱਚ ਚਲੇ ਗਏ ਹੋਣਗੇ, ਹੁਣ ਤੇ ਕੋਈ ਭਾਲਿਆ ਵੀ ਲੱਭਣਾ ਨਹੀਂ। ਪਰ ਇਹ ਜ਼ਕਰੀਆ ਖਾਨ ਦੀ ਇੰਜ ਕਹਿ ਲਓ ਇੱਕ ਗਲਤ ਫਹਿਮੀ ਸੀ। ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ, ਥੋੜ੍ਹਾ ਜਿਹਾ ਪਿਛੋਕੜ ਵੱਲ ਜਾਈਏ, ਕਿਉਂਕਿ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ ਉਹ ਪਹਿਲਾਂ ਜ਼ਿਲ੍ਹਾ ਲਾਹੌਰ ਦੇ ਵਿੱਚ ਸੀ, ਹੁਣ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦਾ ਹੈ, ਤਰਨਤਾਰਨ ਲਾਗੇ। ਪਿੰਡ ਪੂਲਾ ਹੈ ਤੇ ਪਿਤਾ ਜੋਧ ਸਿੰਘ ਜੀ ਦੇ ਘਰ ਮਾਤਾ ਧਰਮ ਕੌਰ ਜੀ ਦੀ ਕੁੱਖ ਤੋਂ ਇਸ ਮਹਾਨ ਯੋਧੇ ਦਾ ਜਨਮ ਹੁੰਦਾ ਹੈ ਤੇ ਇਸ ਮਾਤਾ ਦੀ ਕੁੱਖ ਤੋਂ 2 ਬੱਚਿਆਂ ਦਾ ਜਨਮ, ਇੱਕ ਭੈਣ ਹੈ ਤੇ ਇੱਕ ਭਰਾ ਹੈ। ਹੁਣ ਭਾਈ ਤਾਰੂ ਸਿੰਘ ਤੇ ਭੈਣ ਦਾ ਨਾਮ ਕੀ ਆ? ਤਾਰੂ। ਪਹਿਲਾਂ ਬੱਚਿਆਂ ਦੇ ਨਾਮ ਇਦਾਂ ਰੱਖੇ ਜਾਂਦੇ ਸਨ, ਮਿਲਵੇਂ ਜੁਲਵੇਂ, ਜਿਵੇਂ ਭੈਣ ਨਾਨਕੀ ਤੇ ਨਾਨਕ ਦੋਵਾਂ ਦੇ। ਹੁਣ ਤੇ ਸਾਡੀ ਪਹਿਚਾਣ ਜੇ ਸਿੰਘ ਤੇ ਕੌਰ ਕਰਕੇ ਗੁਰੂ ਨੇ ਇੱਕ ਸਾਨੂੰ ਇਹ ਇੰਜ ਕਹਿ ਲਓ 1699 ਦੀ ਵਿਸਾਖੀ ਨੂੰ ਗੁਰੂ ਸਾਹਿਬ ਜੀ ਨੇ ਮੋਹਰ ਲਾ ਦਿੱਤੀ ਸੀ ਕਿ ਮੇਰੇ ਸਿੱਖ ਦੀ ਪਛਾਣ ਸਿੰਘ ਤੇ ਕੌਰ ਤੋਂ ਹੋਵੇਗੀ। ਹੁਣ ਮੈਨੂੰ ਮਾਫ ਕਰਿਓ, ਸਾਡੀ ਪਹਿਚਾਣ ਹੁਣ ਸਿੰਘ ਤੋਂ ਨਹੀਂ, ਸਾਡੀ ਪਹਿਚਾਣ ਹੁਣ ਕੌਰ ਤੋਂ ਨਹੀਂ, ਸਾਡੀ ਪਹਿਚਾਣ ਹੁਣ ਗੋਤਾਂ ਤੋਂ ਹੁੰਦੀ ਹੈ। ਖਿਮਾ ਕਰਿਓ, ਕੜਵਾ ਸੱਚ ਹੈ, ਇਹ ਤੁਹਾਨੂੰ ਕਬੂਲਣਾ ਪਏਗਾ। ਅੱਜ ਸਾਨੂੰ ਕੋਈ ਸਿੰਘ ਤੇ ਕੌਰ ਕਹਿ ਕੇ ਬੁਲਾਵੇ, ਸਾਨੂੰ ਓਨਾ ਫਕਰ ਨਹੀਂ ਮਹਿਸੂਸ ਹੁੰਦਾ ਜਿੰਨਾ ਸਾਨੂੰ ਗੋਤ, ਸਾਨੂੰ ਜਦੋਂ ਕਵੇ ਆਓ ਸੰਧੂ ਸਾਹਿਬ ਕੀ ਹਾਲ ਹੈ, ਬਰਾੜ ਸਾਹਿਬ ਕੀ ਹਾਲ ਹੈ, ਤੇ ਫੁੱਲ ਕੇ ਆਪਾਂ ਗਿੱਠ ਤਾਂ ਨੂੰ ਹੋ ਜਾਂਦੇ ਆ। ਗੁਰੂ ਨੇ ਨਿਸ਼ਾਨੀ ਦਿੱਤੀ ਸੀ ਸਿੰਘ ਦੀ, ਗੁਰੂ ਨੇ ਨਿਸ਼ਾਨੀ ਦਿੱਤੀ ਸੀ ਕੌਰ ਦੀ। ਅੱਜ ਜਦੋਂ ਅਰਦਾਸਾਂ ਕਰਦੇ ਆ ਨਾ ਅਸੀਂ, ਤਾਂ ਜਦੋਂ ਉੱਤੇ ਲਿਖਿਆ ਹੁੰਦਾ ਹੈ ਬਸ ਕੌਰ ਵੀ ਨਹੀਂ ਹੁੰਦਾ ਤੇ ਸਿੰਘ ਵੀ ਨਹੀਂ ਹੁੰਦਾ, ਉਦੋਂ ਅਫਸੋਸ ਬੜਾ ਹੁੰਦਾ। ਕਹਿੰਦੇ ਨਹੀਂ ਗਿਆਨੀ ਜੀ, ਗੋਤ ਬੋਲਣਾ ਲਾਜ਼ਮੀ ਹੈ, ਸਰਨੇਮ ਬੋਲਣਾ ਲਾਜ਼ਮੀ ਹੈ, ਕਹਿੰਦੇ ਕੌਰ ਸਿੰਘ ਦੀ ਕੋਈ ਗੱਲ ਨਹੀਂ। ਅੱਜ ਸਾਨੂੰ ਗੱਡੀਆਂ ਦੇ ਵਿੱਚ ਖੰਡੇ ਟੰਗ ਕੇ ਦੱਸਣਾ ਪੈਂਦਾ ਕਿ ਅਸੀਂ ਸਿੱਖ ਹੁੰਨੇ ਆ, ਅਸੀਂ ਸਿੰਘ ਹੁੰਨੇ ਆ। ਖਿਮਾ ਕਰਿਓ, ਜੇ ਟੰਗੇ ਆ ਟੰਗੇ ਰਹਿਣ ਦਿਓ, ਮੈਂ ਲਾਉਣ ਦੀ ਨਹੀਂ ਗੱਲ ਕਰਦਾ, ਪਰ ਮੈਂ ਆਪਣੀ ਵੀ ਤੇ ਗੱਲ ਛੁਪਾ ਨਹੀਂ ਨਾ ਸਕਦਾ। ਅੱਜ ਸਾਨੂੰ ਨਿਸ਼ਾਨੀਆਂ ਦੱਸਣੀਆਂ ਪੈਂਦੀਆਂ ਨੇ, ਜਦੋਂ ਕਿ ਸਾਡੀ ਨਿਸ਼ਾਨੀ ਕਿਸੇ, ਤੁਸੀਂ ਕੰਮ ਕਰਦੇ ਹੋ ਗੋਰੇ ਕੋਲ, ਤੁਸੀਂ ਸਾਰੀਆਂ ਭੈਣਾਂ ਮਾਤਾਵਾਂ, ਪਰ ਜਦੋਂ ਉੱਥੇ ਲਿਖਿਆ ਜਾਂਦਾ ਹੈ ਨਾ ਕੌਰ ਜਾਂ ਸਿੰਘ, ਉਹ ਝੱਟ ਪਹਿਚਾਣ ਲੈਂਦੇ ਨੇ ਵੀ ਇਹ ਸਿੱਖ ਧਰਮ ਨੂੰ ਬਿਲੋਂਗ ਕਰਦੇ ਨੇ। ਪਰ ਜਿੱਥੇ ਸਾਡੇ ਇਹ ਕੁਝ ਲਿਖਿਆ ਹੁੰਦਾ ਉਹ ਵੀ ਸੋਚਦੇ ਹੋਣਗੇ ਵੀ ਇਹ ਤਾਂ ਰਲਵੇਂ ਮਿਲਵੇਂ ਜੇ ਜਾਪਦੇ ਨੇ, ਪਤਾ ਨਹੀਂ ਹੈ ਕੌਣ, ਹਕੀਕਤ ਹੈ। ਮੈਂ ਤਾਂ ਅਰਜ਼ ਕਰਨ ਲੱਗਾ, ਜੇ ਇਹ ਵਿਸ਼ਾ ਨਾ ਆਉਂਦਾ ਤੇ ਹੋ ਸਕਦਾ ਮੈਂ ਇਹ ਬੇਨਤੀ ਨਾ ਕਰਦਾ। ਹੁਣ ਭਰਾ ਦਾ ਨਾਮ ਕੀ ਹੈ? ਭਾਈ ਤਾਰੂ ਸਿੰਘ। ਭੈਣ ਦਾ ਨਾਮ ਹੈ ਤਾਰੂ। ਬਚਪਨ ਦੇ ਵਿੱਚ ਹੀ ਕੁਝ ਸਮੇਂ ਤੋਂ ਬਾਅਦ
ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਜਿਹੜੇ ਪਿਤਾ ਜੀ ਸਨ ਉਹ ਅਕਾਲ ਚਲਾਣਾ ਕਰ ਗਏ। ਹੁਣ ਘਰ ਦੇ ਵਿੱਚ ਵਿਧਵਾ ਮਾਂ ਹੈ, ਪਰ ਮਾਂ ਦੇ ਅੰਦਰ ਕਿੰਨਾ ਪਿਆਰ ਹੈ। ਜਿਹੜੀ ਬਾਣੀ ਤੁਸੀਂ ਪੜ੍ਹਦੇ ਹੋ, ਗੁਰੂ ਸਾਹਿਬ ਦੀ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼ ਸਤਿਗੁਰ ਤੁਮਕੋ ਹੋਏ ਦਿਆਲਾ। ਸੰਤ ਸੰਗ ਤੇਰੀ ਪ੍ਰੀਤ, ਹਰ ਇੱਕ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਜਿਸ ਬੱਚੇ ਨੇ ਮੇਰੇ ਪੇਟ ਤੋਂ ਜਨਮ ਲੈਣਾ ਹੈ ਤੇ ਉਹ ਜਨਮ ਤੋਂ ਪਹਿਲਾਂ ਹੀ ਗੁਰੂ ਅੱਗੇ ਅਰਦਾਸਾਂ ਜਾਂ ਮਨ ਵਿੱਚ ਉਹਦੇ ਵਲਵਲੇ ਖਿਆਲ ਚੱਲਦੇ ਨੇ ਕਿ ਜਿਸ ਬੱਚੇ ਨੇ ਜਨਮ ਲੈਣਾ ਹੈ ਉਹਦੀ ਮੈਂ ਚੰਗੀ ਖੁਰਾਕ ਵੱਲ ਧਿਆਨ ਦਿਆਂਗੀ, ਉਹਦੀ ਮੈਂ ਚੰਗੀ ਪੁਸ਼ਾਕ ਵੱਲ ਧਿਆਨ ਦਿਆਂਗੀ। ਤੀਜੀ ਉਹਦੀ ਇੱਛਾ ਹੁੰਦੀ ਹੈ ਕਿ ਉਹਦੀ ਸੰਗਤ ਵੀ ਚੰਗੇ ਬੱਚਿਆਂ ਨਾਲ ਹੋਵੇ, ਉਹਦੀ ਉੱਠਣੀ ਬੈਠਣੀ, ਤਾਂ ਕਿ ਉਹ ਜ਼ਿੰਦਗੀ ਜੀਵਨ ਵਧੀਆ ਬਤੀਤ ਕਰੇ। ਤੇ ਪਾਤਸ਼ਾਹ ਕਹਿੰਦੇ ਇਹ ਮਾਂ ਪਿਓ ਦੀ ਅਰਦਾਸ ਹੁੰਦੀ ਹੈ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਨਿਮਖ ਅੱਖਾਂ। ਬਾਰ-ਬਾਰ ਜਿਹੜੀਆਂ ਝਮਕ ਰਹੀਆਂ ਨੇ ਇਹਨੂੰ ਇੱਕ ਨਿਮਖ ਕਹਿੰਦੇ ਨੇ। ਮੇਰਿਆਂ ਬੱਚਿਆਂ, ਮੇਰਿਆਂ ਪੁੱਤਰਾਂ, ਮੇਰੀਏ ਧੀਏ, ਤੈਨੂੰ ਵਾਹਿਗੁਰੂ ਵਾਹਿਗੁਰੂ ਦਾ ਉਪਦੇਸ਼, ਨਾਮ ਦੀ ਦਾਤ, ਇੱਕ ਪਲ ਨਿਮਖ ਮਾਤਰ ਵੀ ਕਹਿੰਦੇ ਵਾਹਿਗੁਰੂ ਤੈਨੂੰ ਵਿਸਰੇ ਨਾ। ਖੈਰ ਬੇਨਤੀ ਕਰਾਂ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ 1720 ਨੂੰ ਜਨਮ ਹੁੰਦਾ ਹੈ, ਆਮਦ ਹੁੰਦੀ ਹੈ। ਬੇਨਤੀ ਕਰਦੇ ਆ, ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਪੁਰਬ ਹੁੰਦਾ ਹੈ। ਬਾਕੀ ਜਿਹੜੇ ਭਗਤ ਜਨ ਨੇ ਉਹਨਾਂ ਨੂੰ ਆਪਾਂ ਜਨਮ ਕਹਿ ਸਕਦੇ ਆ। ਵੈਸੇ ਜਨਮ ਲਫ਼ਜ਼ ਕੋਈ ਬੁਰਾ ਨਹੀਂ, ਕੋਈ ਮਾੜਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬੇਅੰਤ ਵਾਰੀ ਇਹ ਬਚਨ ਆਏ ਨੇ, ਜੰਮਿਆ ਭਗਤ ਪੂਤ ਗੋਬਿੰਦ ਕਾ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। 1720 ਦੇ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਜਨਮ ਹੁੰਦਾ ਹੈ ਤੇ 1745 ਦੇ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਲਗਭਗ ਤੁਸੀਂ ਸਿਆਣੇ ਸੱਜਣ ਬੈਠੇ ਹੋ, ਮੇਰੇ ਖਿਆਲ 'ਚ 25 ਕੁ ਸਾਲਾਂ ਦੀ ਉਮਰ ਬਣਦੀ ਹੈ ਤੇ 25 ਸਾਲ ਕਿੰਨੇ ਕੁ ਹੁੰਦੇ ਨੇ? 25 ਸਾਲ ਦੇ ਨੌਜਵਾਨ ਗੱਭਰੂ ਧੀਆਂ ਇੱਥੇ ਬੱਚੇ ਬੈਠੇ ਨੇ। ਖੈਰ ਬੇਨਤੀ ਕਰਾਂ, ਹੁਣ ਭਾਈ ਤਾਰੂ ਸਿੰਘ ਘਰ ਵਿੱਚ ਨੇ। ਇੱਕ ਦਿਨ ਕੀ ਹੋਇਆ, ਕਿਉਂਕਿ ਜਗਰੀਆ ਖਾਨ ਨੇ ਕਹਿ ਦਿੱਤਾ ਕਿ ਜਿਹੜਾ ਵੀ ਇਹਨਾਂ ਨੂੰ ਖਤਮ ਕਰੇਗਾ, ਮਲੀਆ ਮੇਟ ਕਰ ਦੇਵੇਗਾ, ਉਹਨਾਂ ਨੂੰ ਮੈਂ ਮੂੰਹ ਮੰਗਿਆ ਇਨਾਮ ਦਿਆਂਗਾ। ਇਹ ਉਹਦਾ ਇੱਕ ਭੁਲੇਖਾ ਸੀ। ਇਤਿਹਾਸ ਕਹਿੰਦੇ ਇੱਕ ਹਰ ਭਗਤ ਨਰੰਜਨੀਆ ਸੀ, ਉਹਦਾ ਅਸਲੀ ਨਾਮ ਸੀ ਆਕਲ ਦਾਸ, ਪਰ ਮਸ਼ਹੂਰ ਸੀ ਹਰ ਭਗਤ ਨਰੰਜਨੀਏ ਕਰਕੇ। ਹੁਣ ਕਹਿੰਦੇ ਭਾਈ ਤਾਰੂ ਸਿੰਘ ਨੂੰ ਪਤਾ ਲੱਗਿਆ ਤੇ ਉਹ ਜੰਗਲਾਂ ਵਿੱਚ ਗਿਆ। ਕੀ ਦੇਖਿਆ ਕਿ ਜਿਹੜੇ ਸਿੱਖ ਨੇ, ਜਿਹੜੇ ਸਿੰਘ ਨੇ, ਕੋਈ ਘੋੜਿਆਂ ਦੀਆਂ ਕਾਠੀਆਂ ਤੇ ਹੈ। ਵੇਖੋ ਉਹਨਾਂ ਦੇ ਕੋਲੋਂ ਘੋੜੇ ਵੀ ਚਲੇ ਗਏ, ਉਹਨਾਂ ਦੇ ਕੋਲੋਂ ਮਕਾਨ ਵੀ ਚਲਿਆ ਗਿਆ। ਤੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਕਹਿੰਦੇ ਉਹਨਾਂ ਸੂਰਬੀਰ ਯੋਧਿਆਂ ਨੇ ਆਪਣੇ ਪੈਰਾਂ ਨੂੰ ਹੀ ਘੋੜੇ ਬਣਾ ਲਿਆ, ਪੈਰਾਂ ਤੋਂ ਘੋੜਿਆਂ ਦਾ ਕੰਮ ਲਿਆ। ਉਹਨਾਂ ਦੇ ਪੈਰਾਂ ਦੇ ਵਿੱਚ ਕੰਡੇ ਵੀ ਵੱਜਦੇ ਸਨ, ਅੱਤ ਦੀ ਸਰਦੀ ਵੀ ਹੁੰਦੀ ਸੀ, ਜੰਗਲਾਂ ਦੇ ਵਿੱਚ ਦੀ ਜਾਂਦੇ। ਇਤਿਹਾਸ ਇੱਕ ਤਾਂ ਹੁੰਦਾ ਰੱਟਾ ਲਾ ਕੇ ਸੁਣਾਈਏ ਤੇ ਸੁਣੀਏ, ਪਰ ਜਦੋਂ ਇਤਿਹਾਸ ਨੂੰ ਤੁਸੀਂ ਮਹਿਸੂਸ ਕਰਕੇ ਸੁਣਦੇ ਹੋ, ਸੁਣਾਉਂਦੇ ਹੋ, ਤੇ ਫਿਰ ਇਤਿਹਾਸ ਨੂੰ ਸੁਣਨ ਤੇ ਸੁਣਾਉਣ ਦਾ ਆਨੰਦ ਵੱਖਰਾ ਹੈ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਕਹਿੰਦੇ ਘੋੜੇ ਨਹੀਂ ਰਹੇ, ਘਰ ਬਾਰ ਨਹੀਂ ਰਿਹਾ, ਛੱਤ ਨਹੀਂ ਰਹੀ, ਪਰ ਉੱਪਰ ਕਹਿੰਦੇ ਨੀਲੀ ਛਤਰੀ ਵਾਲਾ ਅਕਾਲ ਪੁਰਖ, ਉਹ ਤੇ ਭਰੋਸਾ ਹੈ। ਉਹਨਾਂ ਦੇ ਕੋਲ ਐਸੀ ਕਿਹੜੀ ਚੀਜ਼ ਸੀ ਜਿਹੜੇ ਪੈਰਾਂ ਵਿੱਚ ਕੰਡੇ ਵੱਜਦੇ ਉਹ ਡੋਲਦੇ ਨਹੀਂ ਸਨ? ਐਸੀ ਕਿਹੜੀ ਚੀਜ਼ ਸੀ ਕਿ ਠੰਡ ਵੀ ਬਹੁਤ ਸੀ ਪਰ ਠੰਡ ਮਹਿਸੂਸ ਨਹੀਂ ਸੀ ਹੁੰਦੀ? ਮੇਰੇ ਸਤਿਗੁਰਾਂ ਦੀ ਜਦੋਂ ਬਾਣੀ ਪੜ੍ਹਦੇ ਆ, ਪੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰ ਨਾ, ਕਹਿੰਦੇ ਜਦੋਂ ਹਿਰਦੇ ਰੂਪ ਘਰ ਦੇ ਵਿੱਚ ਗੁਰੂ ਦਾ ਸ਼ਬਦ ਹੋਵੇ, ਇਤਿਹਾਸ ਕਹਿੰਦਾ ਉਹਨਾਂ ਨੂੰ ਠੰਡ ਨਾ ਲੱਗਣੀ, ਉਹਨਾਂ ਦੇ ਪੈਰਾਂ ਦੇ ਵਿੱਚ ਕੰਡੇ ਵੱਜਣੇ, ਲਹੂ ਨਿਕਲਣਾ, ਪੀੜਾ ਹੋਣੀ ਪਰ ਪੀੜਾ ਨੂੰ ਮਹਿਸੂਸ ਨਾ ਕਰਨਾ। ਉਹਨਾਂ ਦੇ ਕੋਲ ਕੀ ਸੀ? ਇਤਿਹਾਸ ਕਹਿੰਦਾ ਉਹ ਸੀ ਉਹਨਾਂ ਕੋਲੇ ਸਿਦਕ, ਉਹ ਸੀ ਉਹਨਾਂ ਦੇ ਕੋਲੇ ਸ਼ਬਦ, ਤੇ ਸ਼ਬਦ ਨੇ ਸਿਦਕ ਨੂੰ ਡੋਲਣ ਨਹੀਂ ਦਿੱਤਾ। ਇਤਿਹਾਸ ਕਹਿੰਦਾ ਜਦੋਂ ਜੰਗਲ ਵਿੱਚ ਗਏ, ਕੀ ਦੇਖਿਆ? ਭੁੱਖਣ ਭਾਣੇ ਸਿੰਘ ਬਾਣੀ ਵੀ ਪੜ੍ਹ ਰਹੇ ਨੇ, ਆਪਣੇ ਗੁਰੂ ਦੇ ਉੱਪਰ ਪੂਰਨ ਰੂਪ ਦੇ ਉੱਪਰ ਭਰੋਸਾ ਹੈ। ਤੇ ਭਾਈ ਤਾਰੂ ਸਿੰਘ ਆਪਣੇ ਘਰ ਆਇਆ, ਹੱਥ ਜੋੜ ਕੇ ਮਾਂ ਨੂੰ ਕਹਿੰਦਾ, ਗਲਾ ਭਰ ਕੇ ਤੇ ਅੱਖਾਂ ਦੇ ਵਿੱਚੋਂ ਗੰਗਾ ਜਲ ਵਹਿ ਤੁਰੀ, ਕਹਿਣ ਲੱਗਾ, ਮਾਂ ਅੱਜ ਮੈਂ ਜੰਗਲਾਂ ਦੇ ਵਿੱਚ ਹੋ ਕੇ ਆਇਆ। ਕਹਿੰਦੇ ਉਹ ਸੂਰਬੀਰ ਯੋਧੇ
ਜਿਹੜੇ ਸਾਡੇ ਵਾਸਤੇ ਆਪਣਾ ਆਪ ਕੁਰਬਾਨ ਕਰ ਰਹੇ ਨੇ, ਭੁੱਖਣ ਭਾਣੇ ਜੰਗਲਾਂ ਵਿੱਚ ਬੈਠੇ ਹਨ। ਉਹਨਾਂ ਦੇ ਕੋਲ ਛਕਣ ਲਈ, ਸੌਣ ਲਈ, ਖਾਣ ਲਈ ਕੋਈ ਵੀ ਵਸਤੂ ਨਹੀਂ, ਸਰੀਰਕ ਸਹੂਲਤਾਂ ਨਹੀਂ। ਤੇ ਮਾਂ ਕਹਿੰਦੀ ਪੁੱਤਰਾ ਤੂੰ ਕੀ ਕਹਿਣਾ ਚਾਹੁੰਦਾ ਹੈ, ਤੇਰੀ ਦਿਲੀ ਇੱਛਾ ਕੀ ਹੈ? ਤਾਂ ਕਹਿੰਦੇ ਉਸ ਸਮੇਂ ਭਾਈ ਤਾਰੂ ਸਿੰਘ ਕਹਿੰਦਾ ਮੇਰੀ ਦਿਲੀ ਇੱਛਾ ਇਹ ਹੈ ਕਿ ਆਪਾਂ ਥੋੜਾ ਖਾ ਲਾਂਗੇ, ਜਿਹੜਾ ਬਚੇਗਾ ਰੁੱਖਾ ਸੁੱਖਾ ਉਹ ਖਾ ਲੈਣਾ ਹੈ, ਪਰ ਤੂੰ ਮਾਂ ਰੋਜ਼ ਪ੍ਰਸ਼ਾਦਾ ਪਾਣੀ ਤਿਆਰ ਕਰ ਤੇ ਉਹ ਮੈਂ ਜੰਗਲ ਵਿੱਚ ਜਾ ਕੇ ਉਹਨਾਂ ਭੁੱਖਣ ਭਾਣੇ ਸਿੰਘਾਂ ਨੂੰ ਛਕਾਵਾਂਗਾ। ਆਖਿਰ ਉਹ ਸਿੰਘ ਸਾਡੇ ਵਾਸਤੇ ਤੇ ਲੜ ਰਹੇ ਨੇ, ਸਾਡੇ ਵਾਸਤੇ ਤਾਂ ਭੁੱਖੇ ਰਹਿ ਰਹੇ ਨੇ, ਕੀ ਅਸੀਂ ਉਹਨਾਂ ਵਾਸਤੇ ਇੰਨਾ ਕੁ ਵੀ ਨਹੀਂ ਕਰ ਸਕਦੇ? ਖੈਰ ਬੇਨਤੀ ਕਰਾਂ, ਕਹਿੰਦੇ ਭਾਈ ਤਾਰੂ ਸਿੰਘ ਜੀ ਦੀ ਮਾਤਾ ਧਰਮ ਕੌਰ ਨੇ ਕਹਿੰਦੇ ਘੁੱਟ ਕੇ ਕਲੇਜੇ ਨਾਲ ਭਾਈ ਤਾਰੂ ਸਿੰਘ ਨੂੰ ਲਾਇਆ, ਕਹਿਣ ਲੱਗੀ ਬੱਚਿਆਂ ਅੱਜ ਕਹਿੰਦੇ ਜੋ ਤੂੰ ਮੇਰਾ ਬਚਪਨ ਦੇ ਵਿੱਚ ਦੁੱਧ ਪੀਤਾ, ਅੱਜ ਜਵਾਨ ਹੋਇਆ ਤੇ ਮੈਂ ਜਵਾਨੀ ਘੋਲ ਕੇ ਤੈਨੂੰ ਦੁੱਧ ਰਾਹੀਂ ਪਿਆ ਦਿੱਤੀ ਤੇ ਅੱਜ ਮੈਂ ਮਾਣ ਮਹਿਸੂਸ ਕਰਦੀ ਆ ਕਿ ਅੱਜ ਤੂੰ ਮੇਰੇ ਉਸ ਦੁੱਧ ਦੀ ਲਾਜ ਤੂੰ ਰੱਖ ਰਿਹਾ ਹੈ। ਮਾਂ ਬੜੀ ਖੁਸ਼ ਹੋਈ। ਇਤਿਹਾਸ ਕਹਿੰਦਾ ਮਾਂ ਨੇ ਤੇ ਧੀ ਤਾਰੋ ਨੇ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਵੇਖੋ ਕਦੀ ਮਹਿਸੂਸ ਕਰੋ, ਜਵਾਨ ਧੀ ਹੈ, ਜਵਾਨ ਪੁੱਤਰ ਹੈ, ਅਸੀਂ ਜਵਾਨ ਧੀ ਬੱਚਾ ਬੱਚੀ ਘਰੋਂ ਜਾਣ, ਅੱਖਾਂ ਸ਼ਾਮ ਤੱਕ ਉਡੀਕਦੀਆਂ ਰਹਿੰਦੀਆਂ ਘਰੋਂ ਕਦੋਂ ਘਰੇ ਪਰਤ ਕੇ ਆਉਣਗੇ। ਪਰ ਉਸ ਧਰਮ ਕੌਰ ਦਾ ਇੰਜ ਕਹ ਲੋ ਨਾਮ ਵੀ ਧਰਮ ਕੌਰ ਹੈ ਤੇ ਆਪਣਾ ਫਰਜ਼ ਵੀ ਨਿਭਾ ਰਹੀ ਹੈ। ਧਰਮ ਦੇ ਅਰਥੀ ਫਰਜ਼ ਹੁੰਦੇ ਨੇ। ਹੁਣ ਮਾਂ ਨੇ ਕਹਿੰਦੇ ਇੱਕ ਚੰਗੇਰ ਜਿਹਨੂੰ ਆਪਾਂ ਸਾਡੇ ਮਾਲਵੇ ਵਿੱਚ ਬੋਟਾ ਛਾਬਾ ਛਾਬੜੀ ਵੀ ਕਹਿ ਦਿੰਦੇ ਨੇ, ਕਹਿੰਦੇ ਉਹਦੇ ਵਿੱਚ ਲੰਗਰ ਪ੍ਰਸ਼ਾਦਾ ਪਾਣੀ ਪਾਇਆ, ਇੱਕ ਡੋਲੂ ਡੋਲਣੀ ਵਿੱਚ ਜੋ ਵੀ ਦਾਲ ਸਬਜ਼ੀ ਤਿਆਰ ਕੀਤੀ। ਕਹਿੰਦੇ ਭੈਣ ਨੇ ਉਸ ਛਾਬੜੀ ਨੂੰ ਸਿਰ ਤੇ ਚੁੱਕਿਆ ਤੇ ਭਰਾ ਨੇ ਉਹ ਦਾਲ ਵਾਲੀ ਡੋਲਣੀ ਬਾਲਟੀ ਚੁੱਕੀ। ਕਹਿੰਦੇ ਕਿੰਨਾ ਵੱਡਾ ਜਿਗਰਾ ਉਸ ਮਾਂ ਦਾ, ਜਿਹਨੇ ਸ਼ਾਮ ਦੇ ਵਕਤ ਇਹ ਵੀ ਪਤਾ ਹੈ ਕਿ ਮੌਕੇ ਦੀ ਹਕੂਮਤ ਹੈ, ਕਦੋਂ ਔਰ ਕਿਸੇ ਸਮੇਂ ਕੁਝ ਵੀ ਵਾਪਰ ਸਕਦਾ ਹੈ, ਪਰ ਕਹਿੰਦੇ ਆਪਣੇ ਫਰਜ਼ ਨੂੰ ਨਿਭਾਉਂਦਿਆਂ ਜਵਾਨ ਧੀ ਪੁੱਤਰ ਨੂੰ ਜੰਗਲਾਂ ਵੱਲ ਤੋਰ ਦਿੱਤਾ ਕਿ ਜਾਓ ਤੁਸੀਂ ਜਾ ਕੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਪਾਣੀ ਛਕਾਓ। ਕਹਿੰਦੇ ਦੋਵੇਂ ਜਾਂਦੇ ਨੇ, ਲੰਗਰ ਪ੍ਰਸ਼ਾਦਾ ਪਾਣੀ ਛਕਾ ਕੇ ਵਾਪਸ ਆਏ ਤੇ ਅੱਜ ਭਾਈ ਤਾਰੂ ਸਿੰਘ ਦੇ ਤੇ ਭੈਣ ਤਾਰੋ ਦੇ ਚਿਹਰੇ ਦੇ ਉੱਪਰ ਜਿਹੜਾ ਜਲਾਲ ਸੀ ਨਾ ਉਹ ਵੇਖਣ ਵਾਲਾ ਸੀ। ਮਾਂ ਕਹਿੰਦੀ ਪੁੱਤਰਾ ਅੱਜ ਬੜਾ ਖੁਸ਼ ਨਜ਼ਰ ਆ ਰਹੀ ਹੈ ਤੇ ਦੋਵੇਂ ਭੈਣ ਭਰਾ ਕਹਿੰਦੇ ਮਾਂ ਅੱਜ ਜਿਹੜੀ ਖੁਸ਼ੀ ਮੈਨੂੰ ਹੋਈ ਹੈ ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਉਹਨਾਂ ਭੁੱਖਿਆਂ ਨੂੰ ਲੰਗਰ ਛਕਾ ਕੇ ਹੋਈ ਹੈ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਮੇਂ ਵਿੱਚ ਭੁੱਖਣ ਭਾਣੇ ਉਹਨਾਂ ਲੋੜਵੰਦਾਂ ਨੂੰ ਕਹਿੰਦੇ ਭੋਜਨ ਛਕਾਇਆ ਸੀ। ਉਹ ਭਾਵੇਂ ਸਾਧੂ ਹੁੰਦੇ, ਭਾਵੇਂ ਕੋਈ ਭਿਖਾਰੀ ਹੁੰਦੇ, ਭਾਵੇਂ ਉਹ ਜਿਹੜੀ ਮਰਜ਼ੀ ਜਾਤ ਗੋਤ ਦੇ ਨਾਲ ਸੰਬੰਧਿਤ ਰੱਖਦੇ ਹੁੰਦੇ, ਗੁਰੂ ਸਾਹਿਬ ਜੀ ਨੇ ਤਾਂ ਲੋੜਵੰਦ ਵੇਖਿਆ ਹੈ ਵੀ ਲੋੜਵੰਦ ਨੇ। ਤਾਂ ਕਹਿਣ ਲੱਗੇ ਅੱਜ ਉਹ ਖੁਸ਼ੀ ਉਹ ਸੇਵਾ ਕਰਕੇ ਬੜਾ ਮੇਰੇ ਮਨ ਨੂੰ ਸਕੂਨ ਪ੍ਰਾਪਤ ਹੋਇਆ, ਅਸੀਂ ਬੜੇ ਸ਼ਾਂਤ ਹੋਏ ਆ। ਕਹਿੰਦੇ ਉਸ ਸਮੇਂ ਮਾਂ ਨੂੰ ਆਖਿਆ ਤਾਰੂ ਸਿੰਘ ਨੇ ਮਾਂ ਜਿੰਨਾ ਚਿਰ ਆਪਾਂ ਰਵਾਂਗੇ ਸਰੀਰ ਕਰਕੇ ਤੇ ਜਿੰਨਾ ਚਿਰ ਇਹ ਸਿੰਘ ਜ਼ਕਰੀਆ ਖਾਨ ਤੇ ਮੌਕੇ ਦੀ ਹਕੂਮਤ ਦੇ ਨਾਲ ਲੜਨ ਦੇ ਵਾਸਤੇ ਤਿਆਰ ਬਰਤਿਆਰ ਨਹੀਂ ਹੋ ਜਾਂਦੇ, ਆਪਾਂ ਉਹਨਾਂ ਚਿਰ ਇਸ ਘਰ ਦੇ ਵਿੱਚੋਂ ਰੋਜ਼ ਸਵੇਰੇ ਸ਼ਾਮ ਲੰਗਰ ਬਣ ਕੇ ਤਿਆਰ ਹੋ ਕੇ ਤੂੰ ਤਿਆਰ ਕਰ ਦਿਆ ਕਰੀ, ਲੈ ਕੇ ਅਸੀਂ ਦੋਵੇਂ ਭੈਣ ਭਰਾ ਜਾਇਆ ਕਰਾਂਗੇ। ਇਤਿਹਾਸ ਕਹਿੰਦੇ ਕਾਫੀ ਲੰਮਾ ਸਮਾਂ ਇਸੇ ਤਰ੍ਹਾਂ ਉਹ ਲੰਗਰ ਦੀ ਸੇਵਾ ਕਰਦੇ ਰਹੇ। ਤੇ ਫਿਰ ਤੁਸੀਂ ਵੇਖੋ ਉਦੋਂ ਵੀ ਤੇ ਹੁਣ ਵੀ ਖਿਮਾ ਕਰਿਓ, ਸੱਚ ਸੁਣ ਲਿਓ, ਉਹਨਾਂ ਸਮਿਆਂ ਦੇ ਵਿੱਚ ਵੀ ਟੌਟ ਹੁੰਦੇ ਸਨ ਜਿਹਨੂੰ ਕਹਿੰਦੇ ਨੇ ਮੁਖਬਰ ਟੌਟ ਟੌਟੀ ਕਰਨ ਵਾਲੇ ਰਹਿੰਦੇ ਸਿੱਖਾਂ ਵਿੱਚ ਹੀ ਨੇ, ਰਹਿੰਦੇ ਉਹ ਸਾਡੇ ਤੁਹਾਡੇ ਵਿੱਚ ਹੀ ਨੇ। ਉਹਨਾਂ ਦਾ ਸਿੱਖੀ ਸਰੂਪ ਵੀ ਹੋਵੇਗਾ ਪਰ ਤੁਸੀਂ ਉਹਨਾਂ ਨੂੰ ਪਹਿਚਾਣ ਨਹੀਂ ਸਕੋਗੇ। ਇਹਦਾ ਨਾਮ ਸੀ ਮਹੰਤ ਆਕਲ ਦਾਸ, ਪਰ ਮਸ਼ਹੂਰ ਸੀ ਇਹ ਹਰ ਭਗਤ ਨਰੰਜਨੀਏ ਕਰਕੇ। ਪਰ ਕਹਿੰਦੇ ਜਦੋਂ ਇਹਨੂੰ ਪਤਾ ਲੱਗਿਆ ਨਾ ਵੀ ਤਾਰੂ ਸਿੰਘ ਨੂੰ ਤਾਂ ਸਾਰਾ ਪਿੰਡ ਪਿਆਰ ਬਹੁਤ ਕਰਦਾ ਹੈ, ਬਹੁਤ ਮੁਹੱਬਤ ਕਰਦੇ ਨੇ, ਵੀ ਇਹਦੀ ਤਾਂ ਬੜੀ ਵਡਿਆਈ ਹੋ ਰਹੀ ਹੈ, ਬੜੀ ਚਰਚਾ ਹੋ ਰਹੀ ਹੈ। ਹਕੀਕਤ ਹੈ ਕਿ ਬੰਦੇ ਨੂੰ ਈਰਖਾ ਦੂਜੇ ਦੀ ਵਡਿਆਈ ਜਰਨ ਨਹੀਂ ਦਿੰਦੀ, ਤਾਂ ਫਿਰ ਉਹ ਆਪ ਤਾਂ ਕੁਝ ਕਰ ਨਹੀਂ ਸਕਦਾ, ਪਰ ਉਹ ਚਾਹੁੰਦਾ ਵੀ ਇਹਨੂੰ ਕਿਸੇ ਹਿਸਾਬ ਨਾਲ ਖਤਮ ਕਰਦੇ ਆ ਤੇ ਇਹਦੀ ਜਗ੍ਹਾ ਤੇ ਇਹਦਾ ਰੁਤਬਾ ਮੈਨੂੰ ਮਿਲ ਜੇ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ,
ਭਗਤ ਜੀ ਕਹਿੰਦੇ ਆਪ ਨਾ ਦੇ ਚੁਰੂ ਭਰ ਪਾਨੀ ਤੇ ਨਿੰਦੈ ਜੇ ਗੰਗਾ ਆਨੀ। ਕਹਿੰਦੇ ਕਿਸੇ ਨੂੰ ਆਪ ਤਾਂ ਚੂਲੀ ਭਰ ਪਾਣੀ ਨਹੀਂ ਦੇਣਾ, ਪਰ ਜਿਹੜੇ ਭਗੀਰਥ ਵਰਗਿਆਂ ਨੇ ਗੰਗਾ ਲਿਆਂਦੀ, ਪਾਣੀ ਦੀਆਂ ਸਹੂਲਤਾਂ ਪੈਦਾ ਕੀਤੀਆਂ, ਤੇ ਉਹਦੀ ਬੰਦਾ ਹੋ ਸਕਦਾ ਹੈ ਨਿੰਦਿਆ ਕਰੇ। ਖੈਰ ਮੈਂ ਵਿਸ਼ੇ ਵੱਲ ਆਵਾਂ। ਹਰ ਭਗਤ ਨਿਰੰਜਰੀਆਂ ਕਹਿੰਦੇ ਇਹ ਜ਼ਕਰੀਆ ਖਾਨ ਦੇ ਕੋਲ ਗਿਆ, ਜਾ ਕੇ ਇਹਨੇ ਸਲਾਮ ਕੀਤੀ, ਤੇ ਇਧਰੋਂ ਜ਼ਕਰੀਆ ਖਾਨ ਕਹਿਣ ਲੱਗਾ ਆ ਵੀ ਨਿਰੰਜਨੀਆ ਕੀ ਹਾਲ ਹੈ ਤੇਰਾ? ਉਹ ਕਹਿੰਦਾ ਹਾਲ ਕੀ ਹੋਣਾ, ਐਵੇਂ ਤਿੜਿਆ ਨਾ ਫਿਰੀ ਕਿ ਮੈਂ ਸਿੰਘ ਮਾਰ ਦਿੱਤੇ, ਮੈਂ ਉਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਹੈ। ਮੈਂ ਤਾਂ ਜੰਗਲਾਂ ਵਿੱਚ ਵੇਖ ਕੇ ਆਇਆ, ਸਿੰਘ ਤਾਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਹਨ, ਕਿਸੇ ਦੀ ਪਰਵਾਹ ਨਹੀਂ ਕਰਦੇ। ਉਹ ਅੱਗੋਂ ਹੰਕਾਰ ਨਾਲ ਕਹਿੰਦਾ, ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ, ਜ਼ਕਰੀਆ ਖਾਨ ਕਹਿੰਦਾ ਓਏ ਨਿਰੰਜਨੀਆ ਕੀ ਬਕਵਾਸ ਕਰਦਾ ਹੈ, ਮੈਂ ਤਾਂ ਖੁਰਾ ਖੋਜ ਮਿਟਾ ਦਿੱਤਾ, ਰਿਹਾ ਹੀ ਕੋਈ ਨਹੀਂ। ਕਹਿੰਦੇ ਤੇਰਾ ਭੁਲੇਖਾ ਹੈ, ਜੰਗਲਾਂ ਵਿੱਚ ਰਹਿੰਦੇ ਨੇ, ਲੰਗਰ ਪ੍ਰਸ਼ਾਦਾ ਪਾਣੀ ਵੀ ਛਕਦੇ ਨੇ, ਕਿਉਂਕਿ ਉਹਨੇ ਗੱਲ ਘੁਮਾ ਕੇ ਗੋਲਮੋਲ ਕਰਕੇ ਈਰਖਾਲੂ ਬੰਦੇ ਨੇ ਲਿਆਉਣੀ ਉੱਥੇ ਹੀ ਹੁੰਦੀ ਹੈ ਜਿੱਥੇ ਉਹਦੀ ਸੂਈ ਟਿਕੀ ਹੁੰਦੀ ਹੈ। ਘੁਮਾ ਫਿਰਾ ਕੇ ਲਿਆ ਕੇ ਕਹਿੰਦਾ ਤੈਨੂੰ ਨਹੀਂ ਪਤਾ, ਭੁਲੇਖੇ ਵਿੱਚ ਨਾ ਰਹੀਂ। ਕਹਿੰਦੇ ਉਹਨਾਂ ਦੀ ਸੇਵਾ ਹੁੰਦੀ ਹੈ, ਲੰਗਰ ਪ੍ਰਸ਼ਾਦਾ ਪਾਣੀ ਛਕਦੇ ਨੇ, ਉਹਨਾਂ ਨੂੰ ਲੀੜਾ ਕੱਪੜਾ ਬਸਤਰ ਸਭ ਕੁਝ ਮੁਹੱਈਆ ਕਰਾਇਆ ਜਾਂਦਾ ਹੈ। ਉਹ ਕਹਿੰਦਾ ਕੌਣ ਹੈ ਜਿਹੜਾ ਸਰਕਾਰ ਦਾ ਬਾਗੀ ਹੈ, ਮੌਕੇ ਦੀ ਹਕੂਮਤ ਦੇ ਖਿਲਾਫ ਇਹ ਸਭ ਕੁਝ ਕਰ ਰਿਹਾ? ਉਹ ਕਹਿੰਦਾ ਸਾਡੇ ਪਿੰਡ ਵਿੱਚ ਹੀ ਰਹਿੰਦਾ ਹੈ, ਉਹਦਾ ਨਾਮ ਹੈ ਤਾਰੂ ਸਿੰਘ, ਇੱਕ ਉਹਦੀ ਭੈਣ ਹੈ ਤਾਰੋ, ਤੇ ਵਿਧਵਾ ਹੈ ਉਹਦੀ ਮਾਂ। ਕਹਿੰਦੇ ਇਹ ਤਿੰਨੋਂ ਜਾਣੇ ਰਲ ਮਿਲ ਕੇ ਕਹਿੰਦੇ ਸੇਵਾ ਕਰਦੇ ਨੇ। ਤੇ ਜਦੋਂ ਇਹ ਗੱਲ ਕਹਿੰਦੇ ਜ਼ਕਰੀਆ ਖਾਨ ਨੇ ਸੁਣੀ, ਤੇ ਜ਼ਕਰੀਆ ਖਾਨ ਨੂੰ ਸੱਤੀ ਕੱਪੜੀ ਅੱਗ ਲੱਗ ਗਈ। ਤੇ ਗਿਆਨੀ ਗਿਆਨ ਸਿੰਘ ਨੇ ਜ਼ਿਕਰ ਕੀਤਾ ਹੈ, ਕਹਿੰਦੇ ਹਰ ਭਗਤ ਨਿਰੰਜਨੀਏ ਇਉਂ ਕਹੀ, ਪੂਲੇ ਪਿੰਡ ਇੱਕ ਗ੍ਰਾਮ ਆਹੀ। ਕਹਿੰਦੇ ਹਰ ਭਗਤ ਨਿਰੰਜਨੀਆ ਕਹਿਣ ਲੱਗਾ ਪੂਲੇ ਪਿੰਡ ਦੇ ਵਿੱਚ ਕਹਿੰਦੇ ਇੱਕ ਤਾਰੂ ਸਿੰਘ, ਖਿਮਾ ਕਰਨੀ, ਉਹ ਕਹਿੰਦੇ ਹਰ ਭਗਤ ਨਿਰੰਜਨੀਏ ਇਉਂ ਕਹੀ, ਪੂਲੇ ਪਿੰਡ ਇੱਕ ਮਾਝੇ ਅਹੀਂ, ਮਾਝੇ ਦੇ ਵਿੱਚ ਇੱਕ ਪੂਲਾ ਪਿੰਡ ਹੈ, ਤੇ ਉਹਦੇ ਵਿੱਚ ਕਹਿੰਦੇ ਇੱਕ ਰਹਿੰਦੀ ਹੈ ਮਾਂ ਤਾਰੂ ਸਿੰਘ ਦੀ, ਤੇ ਇੱਕ ਹੈ ਭੈਣ। ਤੇ ਅੱਗੋਂ ਹਰ ਭਗਤ ਨਿਰੰਜਨੀਆ ਪਰ ਸਾਰੀ ਵਾਰਤਾ ਦੱਸਦਾ ਹੈ। ਕਹਿਣ ਲੱਗਾ ਤਾਰੂ ਸਿੰਘ ਖੇਤੀ ਕਰੇ, ਸਾਤ ਪਿੰਡ ਵੈ ਪੈਸੇ ਭਰੇ। ਜ਼ਕਰੀਆ ਖਾਨ ਕਹਿੰਦਾ ਉਹ ਕਰਦੇ ਕੀ ਨੇ? ਉਹ ਕਹਿਣ ਲੱਗਾ ਖੇਤੀਬਾੜੀ ਦਾ ਉਹਨਾਂ ਦਾ ਕੰਮ ਹੈ, ਕਿਸਾਨੀ ਦਾ ਕੰਮ ਹੈ। ਕਹਿੰਦੇ ਦੋਵੇਂ ਭੈਣ ਭਰਾ ਖੇਤੀ ਕਰਦੇ ਨੇ, ਮਾਂ ਘਰ ਦੇ ਵਿੱਚ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਕਰਦੀ ਹੈ। ਦੂਜੀ ਗੱਲ ਕਹਿੰਦੇ ਸਾਤ ਪਿੰਡ ਉਹ ਪੈਸੇ ਭਰੇ, ਸਾਤ ਪਿੰਡ ਤੋਂ ਭਾਵ ਹੈ ਪੈਸੇ, ਭਾਵ ਉਹ ਸਰਕਾਰ ਨੂੰ ਟੈਕਸ ਵੀ ਦਿੰਦੇ ਨੇ, ਉਹ ਸਰਕਾਰ ਦਾ ਟੈਕਸ ਖਾਂਦੇ ਨਹੀਂ, ਟੈਕਸ ਦਿੰਦੇ ਨੇ, ਕੋਲੇ ਕੁਝ ਨਹੀਂ ਰੱਖਦੇ, ਤੇ ਇਮਾਨਦਾਰ ਬੜਾ ਭਾਈ ਤਾਰੂ ਸਿੰਘ। ਵੇਖੋ ਜਦੋਂ ਕੋਈ ਆਪਣੇ ਸਿਫਤ ਕਰਨ, ਜਦੋਂ ਇੱਥੇ ਕੋਈ ਤੁਹਾਡੀ ਕੋਈ ਮੇਰੀ ਸਿਫਤ ਕਰੇ ਉਹ ਇੱਕ ਵੱਖਰੀ ਗੱਲ ਹੈ, ਪਰ ਜਦੋਂ ਤੁਹਾਡੀ ਵਿਰੋਧੀ ਬੰਦਾ ਸਿਫਤ ਕਰੇ ਨਾ ਤਾਂ ਸਮਝੋ ਤੁਸੀਂ ਉਦੋਂ ਸੱਚ ਦੇ ਰਾਹ ਤੇ ਤੁਰਦੇ ਪਏ ਹੋ। ਇਹ ਤੇ ਆਮ ਕਹਾਵਤ ਹੈ ਵੀ ਆਪਣਾ ਮਾਰੂ ਤੇ ਛਾਵੇਂ ਸੁੱਟੂ। ਜੇ ਆਪਣਾ ਗੱਲ ਕਰੂ ਤਾਂ ਉਹ ਤੁਹਾਡੀ ਸਿਫਤ ਹੀ ਕਰੇਗਾ, ਪਰ ਹਕੀਕਤ ਵਿੱਚ ਜਦੋਂ ਬਗਾਨੇ ਦੁਸ਼ਮਣ ਵੀ ਤੁਹਾਡੀ ਸਿਫਤ ਕਰਨ ਤੇ ਮੰਨਣਾ ਪਏਗਾ, ਤੇ ਤੁਸੀਂ ਸੱਚ ਦੇ ਮਾਰਗ ਤੇ ਤੁਰਦੇ ਹੋ। ਕਹਿੰਦੇ ਸਾਤ ਪਿੰਡ ਉਹ ਪੈਸੇ ਭਰੇ, ਕਹਿੰਦੇ ਉਹ ਮਾਲਵਾ ਵੀ ਤਾਰਦਾ ਹੈ, ਭਾਵ ਉਹ ਟੈਕਸ ਭਰਦਾ ਹੈ। ਅੱਗੋਂ ਕਹਿੰਦੇ ਜ਼ਕਰੀਆ ਖਾਨ ਕਹਿਣ ਲੱਗਾ ਹੋਰ ਕੀ ਕੀ ਕਰਦੇ ਨੇ, ਉਹਨਾਂ ਦਾ ਕੀ ਕੰਮ ਹੈ? ਕਹਿੰਦੇ ਦੇ ਹਾਕਮ ਕਛ ਥੋੜਾ ਖਾਵੇ, ਬਚੈ ਸਿੰਘਨ ਜੋ ਪਾਸ ਪੁਚਾਵੇ। ਕਹਿੰਦੇ ਦੇ ਹਾਕਮ, ਹਾਕਮ ਤੋਂ ਭਾਵ ਹੈ ਸਰਕਾਰ ਤੁਹਾਨੂੰ, ਕਹਿੰਦੇ ਜਿੰਨੀ ਕੁ ਕਮਾਈ ਹੁੰਦੀ ਹੈ ਨਾ, ਕਹਿੰਦੇ ਉਹਦੇ ਵਿੱਚੋਂ ਕੁਝ ਕੁ ਆਪਣੇ ਲਈ ਰੱਖ ਲੈਂਦੇ ਨੇ, ਬਾਕੀ ਉਹ ਟੈਕਸ ਉਤਾਰ ਦਿੰਦੇ ਨੇ, ਤੇ ਜਿਹੜਾ 10ਵਾਂ ਹਿੱਸਾ ਹੈ ਨਾ ਉਹ ਸਿੰਘਾਂ ਦੀ ਸੇਵਾ ਵਾਸਤੇ ਭੇਜਦੇ ਹਨ, ਲੋੜਵੰਦਾਂ ਲਈ ਜਿਹੜੇ ਉਹਨਾਂ ਦੇ ਲਈ ਕੁਰਬਾਨੀਆਂ ਕਰਦੇ ਪਏ ਨੇ। ਹੁਣ ਜਦੋਂ ਜ਼ਕਰੀਆ ਖਾਨ ਇਹ ਗੱਲ ਸੁਣਦਾ ਹੈ, ਤੇ ਜਦੋਂ ਹਰ ਭਗਤ ਨਿਰੰਜਨੀਆ ਦੱਸਦਾ ਦੋਵੇਂ ਦੁਸ਼ਮਣ ਨੇ ਸਿੱਖਾਂ ਦੀ ਜਾਨ ਦੇ, ਪਰ ਵਡਿਆਈ ਕਰਦੇ ਪਏ ਨੇ ਭਾਈ ਤਾਰੂ ਸਿੰਘ ਦੀ। ਇਉਂ ਕਹਿ ਲੋ ਵੀ ਜੇ ਦੁਸ਼ਮਣ ਤੁਹਾਡੀ ਸਿਫਤ ਕਰਦਾ ਨਾ
ਤਾਂ ਇਹਦਾ ਮਤਲਬ ਇਹ ਹੋ ਗਿਆ ਤੁਸੀਂ ਗੁਰੂ ਦੇ ਮਾਰਗ ਤੇ ਚੱਲ ਰਹੇ ਹੋ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਦੋਂ ਤੁਸੀਂ ਸੱਚ ਦੇ ਮਾਰਗ ਤੇ ਚੱਲੋਗੇ ਲੋਕ ਤੁਹਾਡੀ ਸਰੀਰ ਦੇ ਵਿੱਚ ਰਹਿੰਦਿਆਂ ਤਾਂ ਉਸਤਤ ਕਰਨਗੇ ਹੀ, ਪਰ ਜਦੋਂ ਤੁਸੀਂ ਚਲੇ ਗਏ ਉਸਤਤ ਤੁਹਾਡੀ ਫਿਰ ਵੀ ਹੋਵੇਗੀ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਸਾਤ ਪਿੰਡ ਵੈ ਪੈਸੇ ਪਰੈ, ਦੇ ਹਾਕਮ ਕਛ ਥੋੜਾ ਖਾਵੇ, ਬਚੈ ਸਿੰਘਨ ਪਾਸ ਪੁਚਾਵੇ। ਕਹਿੰਦੇ ਹੋਰ ਕੌਣ ਹੈ ਉਹਨਾਂ ਦੇ ਘਰ ਦੇ ਵਿੱਚ? ਤੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਪੰਥ ਪ੍ਰਕਾਸ਼ ਵਿੱਚ, ਕਹਿਣ ਲੱਗੇ ਹੈ ਉਸ ਤੇ ਭੈਣ ਅਰ ਮਾਈ, ਪੀਸ ਕੂਟ ਅਰ ਕਰੈ ਕਮਾਈ। ਕਹਿੰਦੇ ਘਰ ਵਿੱਚ ਹੋਰ ਕੋਈ ਨਹੀਂ, ਇੱਕ ਵਿਧਵਾ ਮਾਂ ਹੈ ਤੇ ਇੱਕ ਭੈਣ ਹੈ ਕਹਿੰਦੇ ਤਾਰੋ, ਤੇ ਇੱਕ ਹੈ ਤਾਰੂ ਸਿੰਘ। ਤਿੰਨੋਂ ਜਣੇ ਨੇ ਬਸ ਨੇਕ ਕਮਾਈ ਕਰਦੇ ਨੇ, ਦਸਵੰਧ ਕੱਢਦੇ ਨੇ, ਟੈਕਸ ਦਿੰਦੇ ਨੇ ਤੇ ਸਿੱਖਾਂ ਦੀ ਉਹ ਮਦਦ ਕਰ ਰਹੇ ਨੇ। ਤੇ ਜਦੋਂ ਇਹ ਗੱਲ ਜ਼ਕਰੀਆ ਖਾਨ ਸੁਣਦਾ ਹੈ ਤਾਂ ਉਹ ਸੁਣ ਕੇ ਖੁਸ਼ ਵੀ ਹੋ ਰਿਹਾ ਹੈ ਕਿ ਵੀ ਇੰਨੇ ਮਹਾਨ, ਤੇ ਅੰਦਰੋਂ ਅੰਦਰੀ ਕਹਿੰਦੇ ਈਰਖਾ ਦੇ ਨਾਲ ਉਹ ਸੜ ਬਲ ਕੇ ਕੋਲੇ ਹੋ ਗਿਆ। ਪੁੱਛਦਾ ਪਿਆ ਕਹਿੰਦੇ ਹੋਰ ਉਹਨਾਂ ਦੇ ਵਿੱਚ ਕੀ ਕੀ ਗੁਣ ਨੇ? ਤੋ ਕਹਿਣ ਲੱਗੇ ਫਿਰ ਇਹ ਸਾਰੇ ਆਪ ਖਾਏ ਰੁੱਖੀ ਮਿੱਸੀ, ਆਠ ਪਹਿਰੇ ਆਪ ਰਹਿ ਲਿੱਸੀ। ਕਹਿੰਦੇ ਆਪ ਰੁੱਖੀ ਮਿੱਸੀ ਜੋ ਬਚਦਾ ਨਾ ਕਹਿੰਦੇ ਉਹ ਖਾ ਲੈਂਦੇ ਨੇ, ਪਰ ਕਹਿੰਦੇ ਜੋ ਸਿੰਘਾਂ ਵਾਸਤੇ ਹੈ ਨਾ ਉਹ ਕਹਿੰਦੇ ਕੱਢ ਕੇ ਉਹਨਾਂ ਨੂੰ ਛਕਾ ਦਿੰਦੇ ਆ। ਸਰਕਾਰ ਦਾ ਵੀ ਟੈਕਸ ਭਰਦੇ ਨੇ। ਜੋ ਬਚੈ ਸੋ ਸਿੰਘਨ ਦੇਵੈ, ਸਿੰਘਨ ਬਿਨ ਔਰ ਨਾ ਸੇਵੈ। ਕਹਿੰਦੇ ਜੋ ਬਚਦਾ ਸਿੰਘਾਂ ਨੂੰ ਦੇ ਦਿੰਦੇ ਨੇ, ਜੇ ਮਾੜਾ ਮੋਟਾ ਆਪ ਦੇ ਲਈ ਬਚ ਜੇ ਤਿੰਨਾਂ ਮਾਂ ਪੁੱਤਾਂ ਨੂੰ ਫਿਰ ਉਹ ਛਕ ਲੈਂਦੇ ਨੇ। ਸਿੰਘਨ ਬਿਨ ਔਰ ਨਾ ਸੇਵੈ, ਕਹਿੰਦੇ ਸਿੰਘਾਂ ਦੀ ਸੇਵਾ ਤੋਂ ਬਿਨਾ ਹੋਰ ਉਹ ਕਿਸੇ ਦੀ ਸੇਵਾ ਨਹੀਂ ਕਰਦੇ। ਸਿੰਘਾਂ ਤੋਂ ਬਿਨਾ ਹੋਰ ਕਿਸੇ ਦੀ ਨਹੀਂ। ਹੋਰ ਕਿਸੇ ਤੋਂ ਭਾਵ ਹੈ ਵੀ ਐਵੇਂ ਨਹੀਂ ਵੇਲਿਆਂ ਨੂੰ ਵੀ ਜਿਹੜੇ ਰੱਜੇ ਹੋਏ ਆ ਉਹਨਾਂ ਨੂੰ ਰਜਾਈ ਜਾਂਦੇ ਨੇ, ਉਹ ਲੋੜਵੰਦਾਂ ਦੀ ਸੇਵਾ ਕਰਦੇ ਨੇ। ਅਗਲੇ ਬੜਾ ਪਿਆਰਾ ਬਚਨ ਕੀਤਾ, ਕਹਿਣ ਲੱਗੇ ਬਾਗ ਸੁਨਤ ਮੁੰਦ ਦੇਵੈ ਕਾਨ। ਕਹਿੰਦੇ ਇਹਨਾਂ ਕੰਨਾਂ ਦੇ ਨਾਲ ਉਹ ਬਾਗ ਭਾਵ ਉਹ ਕੋਈ ਦੂਜੇ ਧਰਮ ਦੀ ਗੱਲ ਸੁਣਦੇ ਜ਼ਰੂਰ ਨੇ, ਪਰ ਉਹਨਾਂ ਦਾ ਜਿਹੜਾ ਨਿਸ਼ਚਾ ਹੈ, ਜਿਹੜਾ ਭਰੋਸਾ ਹੈ ਨਾ, ਉਹ ਕੇਵਲ ਤੇ ਕੇਵਲ ਆਪਣੇ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਦੇ ਸ਼ਬਦ ਤੇ ਉਹਨਾਂ ਦਾ ਭਰੋਸਾ ਟਿਕਿਆ ਹੈ। ਤੇ ਅੱਗੇ ਗਿਆਨੀ ਗਿਆਨ ਸਿੰਘ ਨੇ ਜ਼ਿਕਰ ਕੀਤਾ, ਕਹਿਣ ਲੱਗੇ ਸ਼ਬਦ ਚੌਂਕੀ ਗੁਰ ਆਪਣੇ ਕੀ ਕਰੈ, ਮਰਨੇ ਤੇ ਬਹੁ ਨੇਕ ਨਾ ਡਰੈ। ਸ਼ਬਦ ਚੌਂਕੀ ਭਾਵ ਉਹ ਆਪਣੇ ਗੁਰੂ ਦੇ ਦਰ ਦੀ ਚੌਂਕੀ ਭਰਦੇ ਨੇ। ਚੌਂਕੀ ਉਹ ਨਹੀਂ, ਆ ਮਾਲਵੇ ਵਿੱਚ ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ ਨਾ ਤਾਂ ਇੱਕ ਗੂਗਾ ਜਾਂ ਕੱਢਦੇ ਨੇ, ਡੰਡੇ ਤੇ ਲਮਕਾ ਕੇ ਖੰਭ ਜੇ ਮੋਰਦੇ ਬੰਨ ਕੇ ਲੀਰ ਪਰਾਂਦਾ ਜਾਂ ਨਾਲ ਇੱਕ ਢੋਲ ਕੁੱਟਦਾ ਹੁੰਦਾ ਰੱਜਿਆ ਭੰਗ ਦਾ। ਸਾਰੇ ਪਿੰਡ ਵਿੱਚ ਉਹ ਗੇੜੇ ਦਿੰਦੇ ਹੁੰਦੇ, ਕਹਿੰਦੇ ਗੂਗਾ ਆ ਗਿਆ, ਗੂਗਾ ਆ ਗਿਆ। ਭਾਵ ਹੁਣ ਸਾਉਣ ਦੇ ਮਹੀਨੇ ਵਿੱਚ ਤਾਂ ਸੱਪ ਉਂਝ ਹੀ ਬਥੇਰੇ ਨਿਕਲਦੇ ਨੇ। ਪੜੋ 1279 ਅੰਗ ਦੇ ਉੱਪਰ ਪੰਕਤੀਆਂ ਮੈਂ ਅੱਗੇ ਬਿਆਨ ਕਰਾਂਗਾ। ਮੇਰੀ ਇੱਛਾ ਮੈਂ ਇਤਿਹਾਸ ਨੂੰ ਪੂਰਿਆਂ ਕਰ ਦਿਆਂ, ਪਰ ਕਹਿੰਦੇ ਤੁਸੀਂ ਵੇਖ ਸਕਦੇ ਹੋ। ਉਹ ਕਹਿੰਦੇ ਢੋਲ ਵੱਜੇਗਾ, ਬੀਨ ਵੱਜੇਗੀ ਤੇ ਗੂਗਾ ਬਾਬਾ ਜੀ ਬਾਹਰ ਆਉਣਗੇ ਤੇ ਸਾਰੇ ਪਿੰਡਾਂ ਦੇ ਲੋਕ ਨਾ ਫਿਰ ਮੱਥਾ ਟੇਕਦੇ ਨੇ, ਗੂਗੇ ਨੂੰ ਮੱਥਾ ਟੇਕੋ। ਉਦੋਂ ਮੱਥਾ ਟੇਕਦੇ ਨੇ ਜਦੋਂ ਸਾਉਣ ਦਾ ਮਹੀਨਾ ਆਉਂਦਾ ਏ। ਘਰਾਂ ਦੇ ਵਿੱਚ ਗੱਦੀਆਂ ਲਾਈਆਂ ਹੁੰਦੀਆਂ ਨੇ, ਪਰ ਜੇ ਉਹੀ ਗੂਗਾ ਜੇ ਕਿਤੇ ਵਿਹੜੇ ਵਿੱਚ ਸ਼ਾਮ ਨੂੰ ਨਿਕਲ ਆਵੇ ਨਾ, ਫਿਰ ਕਹਿੰਦੇ ਗੂਗੇ ਬਾਬੇ ਦਾ ਹੁਣ ਸਿਰ ਹੀ ਸਿਰ ਕੁੱਟੋ। ਪਹਿਲਾਂ ਕਹਿੰਦੇ ਗੂਗੇ ਬਾਬੇ ਨੂੰ ਮੰਨੋ, ਤੇ ਜੇ ਕਿਤੇ ਖੱਡ ਚੋਂ ਬਾਹਰ ਆ ਜਾਏ ਫਿਰ ਸਾਰਾ ਟੱਬਰ ਬੌਕਰਾਂ ਨਾਲ ਹੀ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਇਹ ਬਾਣੀ ਵਿੱਚ ਮੈਂ ਉਦਾਹਰਨਾਂ ਦਿਆਂਗਾ। ਪਰ ਕਹਿੰਦੇ ਉਸ ਸਮੇਂ ਜ਼ਕਰੀਆ ਖਾਨ ਨੂੰ ਹਰ ਭਗਤ ਨਿਰੰਜਨੀਆ ਹੈ ਮੁਖਬਰ, ਹੈ ਸਿਰੇ ਦਾ ਟੌਟ ਟੌਟੀ ਕਰਦਾ ਹੈ, ਪਰ ਕਹਿੰਦੇ ਵਡਿਆਈ ਕਰਦਾ ਪਿਆ ਗੁਰੂ ਦੇ ਸਿੰਘਾਂ ਦੀ। ਭਾਵ ਕੀ ਕਹਿੰਦਾ ਹੈ? ਕਹਿੰਦੇ ਉਹ ਆਪਣੇ ਗੁਰੂ ਦੇ ਸ਼ਬਦ ਦੀ ਚੌਂਕੀ ਭਰਦੇ ਨੇ। ਮਰਨੇ ਤੇ ਬਹੁ ਨੈਕ ਨਾ ਡਰੈ, ਮਰਨ ਤੋਂ ਬਿਲਕੁਲ ਵੀ ਉਹ ਡਰਦੇ ਨਹੀਂ। ਬਿਲਕੁਲ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਖੌਫ ਨਹੀਂ, ਕੋਈ ਖਤਾ ਨਹੀਂ। ਕਹਿਣ ਲੱਗੇ ਜਗਨਨਾਥ ਕੋ ਟੁੰਡਾ ਆਖੈ। ਭਾਵ ਜਗਨਨਾਥ, ਲੋਕ ਤਾਂ ਜਗਨਨਾਥਪੁਰੀ ਜਾਂਦੇ ਨੇ, ਜਾ ਕੇ ਕਹਿੰਦੇ ਉੱਥੇ ਹਾਜ਼ਰੀ ਭਰਦੇ ਨੇ, ਪਰ ਕਹਿੰਦੇ ਉਹ ਇੰਨੇ ਮਹਾਨ ਨੇ, ਉਹ ਹਾਜ਼ਰੀ ਕੇਵਲ ਤੇ ਕੇਵਲ ਆਪਣੇ ਗੁਰੂ ਦੇ ਸ਼ਬਦ ਦੀ ਭਰਦੇ ਨੇ। ਕਹਿੰਦੇ ਸੋ ਮਰਨੇ ਤੇ ਨੇਕ ਨਾ ਡਰੈ, ਗੰਗਾ ਜਮਨਾ ਨਿਕਟ ਨਾ ਜਾਵੇ, ਆਪਣੇ ਗੁਰ ਕੀ ਛਪੜੀ ਨਾਵੇ।
ਇੱਥੇ ਛਪੜੀ ਤੋਂ ਭਾਵ ਹੈ ਗੁਰੂ ਦਾ ਸਰੋਵਰ। ਕੇਵਲ ਉਹਨੇ ਇੱਕ ਇਸ਼ਾਰਾ ਕੀਤਾ ਵਿਦਵਾਨ ਨੇ, ਭਾਵ ਗੰਗਾ ਜਮਨਾ। ਉਹ ਗੰਗਾ ਤੇ ਨਹੀਂ ਇਸ਼ਨਾਨ ਕਰਦੇ, ਉਹ ਕਿਸੇ ਜਮਨਾ ਤੇ ਇਸ਼ਨਾਨ ਨਹੀਂ ਕਰਦੇ, ਟੁੱਬੀਆਂ ਨਹੀਂ ਲਾਉਂਦੇ ਕਿ ਇਹ ਗੰਗਾ ਮਈਆ ਮੇਰੀ ਚੜ੍ਹਦੀ ਕਲਾ ਕਰੀ। ਉਹ ਐਦਾਂ ਨਹੀਂ ਕਰਦੇ ਜਿਵੇਂ ਅੱਜ ਸਿੱਖ ਕਰਦੇ ਪਏ ਨੇ। ਕਈ ਪਾ ਕੇ ਕਿਰਪਾਨਾਂ ਹਰਿਦੁਆਰ ਵੀ ਟੁੱਬੀਆਂ ਲਾ ਆਉਂਦੇ ਨੇ, ਉਂਝ ਅਸੀਂ ਖਾਲਸੇ ਹੁੰਨੇ ਆ। ਤੇ ਗਿਆਨੀ ਗਿਆਨ ਸਿੰਘ ਜੀ ਕੀ ਜ਼ਿਕਰ ਕਰਦੇ, ਕਹਿੰਦੇ ਗੰਗਾ ਜਮਨਾ ਨਿਕਟ ਨਾ ਜਾਵੇ, ਆਪਣੇ ਗੁਰ ਕੀ ਛਪੜੀ ਨਾਵੇ। ਭਾਵ ਉਹ ਆਪਣੇ ਗੁਰੂ ਦੇ ਸਰੋਵਰ ਵਿੱਚ, ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੋਵਰ ਦੇ ਨਾਲੋਂ ਹੋਰ ਕਿਸੇ ਨੂੰ ਉੱਚਾ ਮਹਾਨ ਨਹੀਂ ਮੰਨਦੇ। ਉਹਨਾਂ ਦੇ ਵਾਸਤੇ ਸਰੋਵਰ ਤੇ ਉਹਨਾਂ ਦੇ ਵਾਸਤੇ ਗੁਰੂ ਜਾਨ ਤੋਂ ਵੀ ਵੱਧ ਉਹਨਾਂ ਨੂੰ ਪਿਆਰਾ ਹੈ। ਜੇ ਅਬਦਾਲੀ ਤੇ ਉਹਦੇ ਪੁੱਤਰ ਨੇ ਹਰਮੰਦਰ ਸਾਹਿਬ ਨੂੰ ਢਾਉਣਾ ਕੀਤਾ, ਜੇ ਸਰੋਵਰ ਨੂੰ ਪੂਰਿਆ, ਤਾਂ ਬਾਬਾ ਦੀਪ ਸਿੰਘ ਜੀ ਨੇ ਖੰਡਾ ਧੂ ਕੇ ਇਹਨਾਂ ਦੇ ਗਾਟੇ ਵੀ ਲਾਏ। ਇਹ ਤੋਂ ਭਾਵ ਕਿ ਸਿੰਘ ਆਪਣੇ ਗੁਰਧਾਮਾਂ ਨੂੰ ਕਿੰਨੀ ਮੁਹੱਬਤ ਕਰਦੇ ਨੇ। ਆ ਤੁਸੀਂ ਪਿਛਲੇ ਦਿਨੀ ਸੋਸ਼ਲ ਮੀਡੀਆ ਰਾਹੀਂ ਦੇਖਿਆ, ਜਿੱਥੇ ਜੋੜਾ ਘਰ ਬਣ ਰਿਹਾ ਹੈ ਅੰਮ੍ਰਿਤਸਰ ਦੀ ਧਰਤੀ ਤੇ, ਉਹਦੇ ਵਿੱਚੋਂ ਪੁਰਾਤਨ ਕੁਝ ਵਸਤੂਆਂ ਨਿਕਲੀਆਂ ਨੇ, ਪੁਰਾਤਨ ਸੁਰੰਗਾਂ ਕਹਿ ਲੋ, ਪੁਰਾਤਨ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਮਿਟਾਉਣ ਵਾਸਤੇ ਤੁਲੀ ਹੋਈ ਹੈ ਵੀ ਮਿਟਾ ਦਈਏ ਮਲੀਆ ਮੇਟ। ਕਾਰ ਸੇਵਾ ਦੇ ਨਾਂ ਤੇ ਸਰਕਾਰ ਤੇ ਮਾਰ ਸੇਵਾ ਹੋ ਰਹੀ ਹੈ, ਕਿਉਂਕਿ ਇਹੀ ਉਹ ਲੋਕ ਨੇ ਬਾਬੇ। ਹੁਣ ਕਈ ਕਹਿੰਦੇ ਤੂੰ ਬਾਬਿਆਂ ਤੇ ਤਵੇ ਬਹੁਤ ਲਾਉਣੇ, ਦਰਅਸਲ ਮੈਂ ਉਹਨਾਂ ਸਾਧਾਂ ਤੇ ਤਵੇ ਲਾਉਣਾ ਜਿਹੜੇ ਗੁਰੂ ਦੀਆਂ ਨਿਸ਼ਾਨੀਆਂ ਨੂੰ ਖਤਮ ਕਰਨ ਤੇ ਲੱਗੇ ਨੇ, ਜਿਹੜੇ ਸਤਿਕਾਰਯੋਗ ਨੇ, ਉਹਨਾਂ ਅੱਗੇ ਸੀਸ ਵੀ ਝੁਕਦਾ ਹੈ। ਪਰ ਇਹ ਹੁਣ ਕਾਰ ਸੇਵਾ ਦੇ ਨਾਮ ਤੇ ਜਿਹੜੀ ਸਰਕਾਰ ਸੇਵਾ ਹੋ ਰਹੀ ਹੈ, ਇਹੀ ਲੋਕ ਤੁਹਾਡੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਖਤਮ ਕਰਦੇ ਪਏ ਨੇ। ਜਿਹੜੀਆਂ 1984 ਦੀਆਂ ਇਤਿਹਾਸਕ ਨਿਸ਼ਾਨੀਆਂ ਸੀ, ਆ ਭੂਰੀ ਵਾਲੇ ਬਾਬੇ ਨੇ ਤੇ ਇਹਨਾਂ ਦੇ ਚੇਲਿਆਂ ਨੇ ਉਹਨਾਂ ਦੇ ਉੱਪਰ ਕੂਚੀ ਫੇਰ ਦਿੱਤੀ। ਕਿਵੇਂ ਦੱਸੋਗੇ ਕਿ ਸੰਤ ਜਰਨੈਲ ਸਿੰਘ ਜੀ ਤੇ ਜਰਨਲ ਸੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਵਰਗੇ ਤੇ ਭਾਈ ਅਮਰੀਕ ਸਿੰਘ ਜੀ ਵਰਗੇ ਯੋਧੇ ਇੱਥੇ ਜੂਝੇ ਸਨ, ਤੇ ਜਦੋਂ ਨਿਸ਼ਾਨੀਆਂ ਹੀ ਖਤਮ ਕਰ ਦਿੱਤੀਆਂ, ਕਿਉਂਕਿ ਇਤਿਹਾਸ ਤਾਂ ਪੜ੍ਹਨ ਦਾ ਕਿਸੇ ਕੋਲ ਸਮਾਂ ਨਹੀਂ। ਜਦੋਂ ਨਿਆਣੇ ਸਾਡੇ ਅੱਜ ਦੇ ਇੱਥੋਂ ਦੇ ਬੌਰਨ ਜਦੋਂ ਹਰਿਮੰਦਰ ਸਾਹਿਬ ਜਾਂਦੇ ਜਾਂ ਜਾਣਗੇ, ਤਾਂ ਉਹਨਾਂ ਨੇ ਗੋਲੀਆਂ ਦੇ ਨਿਸ਼ਾਨ ਵੇਖਣੇ ਸਨ ਤੇ ਇਤਿਹਾਸ ਆਪਣੇ ਆਪ ਹੀ ਰਿਪੀਟ ਹੋਣਾ ਸੀ ਵੀ ਸਾਡੇ ਨਾਲ ਆਹ ਕੁਝ ਹੋਇਆ। ਖੈਰ ਬੇਨਤੀ ਕਰਾਂ, ਉਹ ਨਿਸ਼ਾਨੀਆਂ ਮਲੀਆਂ ਮੇਟ ਕਰਨ ਦੇ ਉੱਪਰ ਲੱਗੇ ਹੋਏ ਨੇ, ਦਿਨ ਰਾਤ ਉਹਨਾਂ ਨੇ ਇੱਕ ਕੀਤੀ ਹੈ। ਤੇ ਫਿਰ ਇਹਨਾਂ ਲੋਕਾਂ ਨੂੰ ਅਸੀਂ ਦਸਵੰਧ ਭੇਜਦੇ ਹਾਂ, ਤੇ ਇਹੀ ਲੋਕ ਫਿਰ ਪਿੰਡਾਂ ਵਿੱਚੋਂ ਕਣਕ ਇਕੱਠੀ ਕਰਕੇ ਇਹ ਤੁਹਾਡੀਆਂ ਵਿਰਾਸਤਾਂ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ। ਇਹਨਾਂ ਨੇ ਨਾ ਠੰਡਾ ਬੁਰਜ ਛੱਡਿਆ, ਨਾ ਇਹਨਾਂ ਨੇ ਚਮਕੌਰ ਦੀ ਗੜੀ ਛੱਡੀ, ਤੇ ਨਾ ਹੀ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਯਾਦਗਾਰਾਂ ਛੱਡੀਆਂ। ਤੁਸੀਂ ਵੇਖੋ ਦਰਬਾਰ ਸਾਹਿਬ ਹੁਣ ਜਿਹੜੀ ਸੇਵਾ ਕੁਝ ਹੋ ਰਹੀ ਹੈ ਨਾ, ਇੱਥੋਂ ਤੱਕ ਕੁਝ ਇੱਟਾਂ ਬਣਾ ਕੇ ਉਹਦੇ ਉੱਪਰ ਲਿਖਿਆ ਰਾਮ। ਕਿਉਂ? ਕਿਉਂਕਿ ਉਹ ਜਿਹੜੀਆਂ ਇੱਟਾਂ ਲਾਈਆਂ ਜਾਣਗੀਆਂ ਤੇ ਜਦੋਂ 100 ਸਾਲ ਬਤੀਤ ਹੋਵੇਗਾ, 100 ਸਾਲ ਬਾਅਦ ਜਦੋਂ ਸੇਵਾ ਹੋਣੀ ਹੈ ਨਾ, ਤਾਂ ਹਿੰਦੂਆਂ ਨੇ ਕਹਿਣਾ, ਜਿਹੜੀ ਬਾਂਦਰ ਸੈਨਾ, ਇਹਨਾਂ ਪਤਾ ਕੀ ਕਹਿਣਾ, ਆਹ ਵੇਖੋ ਥੱਲਿਓਂ ਇੱਟਾਂ ਨਿਕਲੀਆਂ, ਇਹ ਤਾਂ ਸਾਡੇ ਸ਼੍ਰੀ ਰਾਮ ਚੰਦਰ ਨੇ ਬਣਾਇਆ ਹੈ। ਸਿੱਖੋ ਤੁਸੀਂ ਇਹਦੇ ਕੁਝ ਨਹੀਂ ਲੱਗਦੇ, ਤੁਸੀਂ ਇਹਦੇ ਕੁਝ ਨਹੀਂ ਲੱਗਦੇ, ਇਹ ਹਕੀਕਤ ਹੈ। ਉਹ ਇੱਟਾਂ ਰਾਮ ਵਾਲੀਆਂ ਇੱਟਾਂ ਲਾਈਆਂ ਜਾ ਰਹੀਆਂ ਨੇ, ਤੇ ਤੁਹਾਡੇ ਜਿਹੜੀਆਂ ਇਤਿਹਾਸਕ ਨਿਸ਼ਾਨੀਆਂ ਨੇ ਉਹਨਾਂ ਦੇ ਉੱਪਰ ਕੂਚੀਆਂ ਫੇਰੀਆਂ ਜਾ ਰਹੀਆਂ ਨੇ। ਮੈਂ ਤਾਂ ਕਹਿੰਦਾ ਬਾਹਰਲੇ ਮੁਲਕਾਂ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਨੇ, ਤੁਸੀਂ ਅਮਰੀਕਾ ਵਿੱਚ ਬੈਠੇ ਹੋ, ਹਰ ਇੱਕ ਗੁਰਦੁਆਰੇ ਦੀ ਕਮੇਟੀ, ਉੱਥੋਂ ਦੀ ਸੰਗਤ ਜਦੋਂ ਐਦਾਂ ਦਾ ਸਾਡੇ ਨਾਲ ਵਾਪਰਦਾ ਹੈ, ਤਾਂ ਉਹ ਇੱਕ ਕਲਿੱਪ ਵੀਡੀਓ ਰਾਹੀਂ ਇਕੱਠੀ ਹੋ ਕੇ ਸੰਗਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰੇ ਕਿ ਇਹਨਾਂ ਵਿਹਲੇ ਸਾਧਾਂ ਦੇ ਨੱਥ ਪਾਓ, ਜਿਹੜੇ ਲੋਕ ਸਾਡੇ ਇਤਿਹਾਸਕ ਨਿਸ਼ਾਨੀਆਂ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ। ਅਸਲੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹਦੇ ਤੋਂ ਅਸੀਂ ਅੱਜ ਅਵੇਸਲੇ ਹੋ ਗਏ ਹਾਂ। ਆਪਣੇ ਵਿਸ਼ੇ ਵੱਲ ਆਈਏ। ਕਹਿੰਦੇ ਭਾਈ ਤਾਰੂ ਸਿੰਘ ਜੀ ਦੀ ਵਡਿਆਈ ਕਰਦਾ ਹਰ ਭਗਤ ਨਿਰੰਜਨੀਆ ਕੀ ਕਹਿੰਦਾ, ਕਹਿੰਦਾ ਗੰਗਾ ਜਮਨਾ ਨਿਕਟ ਨ ਜਾਵੇ, ਗੰਗਾ ਜਮਨਾ ਨਿਕਟ ਨ ਜਾਵੇ, ਆਪਣੇ ਗੁਰ ਕੀ ਛਪੜੀ ਨਾਵੇ। ਕਹਿੰਦੇ ਆਪਣੇ ਗੁਰੂ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ, ਕਿਸੇ ਗੰਗਾ ਜਮਨਾ ਦੀ ਪੂਜਾ ਨਹੀਂ ਕਰਦੇ। ਜਗਨਨਾਥ ਕੋ ਟੁੰਡਾ ਆਖੇ, ਰਾਮ ਕ੍ਰਿਸ਼ਨ ਕੋ ਜਾਪ ਨ ਭਾਖੈ। ਕਹਿੰਦੇ ਕਿਸੇ ਜਗਨਨਾਥ ਨੂੰ ਨਹੀਂ ਮੰਨਦੇ। ਹਿੰਦੂ ਮੁਸਲਮਾਨ ਵੀਰ
ਆਪਣੇ ਧਰਮ ਵਿੱਚ ਪਰਪੱਕ ਰਵੇ, ਗੀਤਾ ਪੜ੍ਹੇ, ਕੁਰਾਨ ਸ਼ਰੀਫ ਪੜ੍ਹੇ, ਉਹਨੂੰ ਮੁਬਾਰਕ ਹੈ। ਪਰ ਸਿੱਖ ਨੂੰ ਹੁਕਮ ਹੈ, ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਰਾਮ ਕ੍ਰਿਸ਼ਨ ਕੋ ਜਾਪ ਨ ਭਾਕੈ। ਅੱਜ ਸਾਡੇ ਲੋਕਾਂ ਨੇ ਪੰਜਾਬ ਦੀ ਧਰਤੀ ਤੇ ਵੇਖੋ ਕਿੰਨੀਆਂ ਕਬਰਾਂ ਪੱਕੀਆਂ ਕੀਤੀਆਂ। ਇੱਥੋਂ ਅਸੀਂ ਡਾਲਰ ਭੇਜ ਭੇਜ ਕੇ ਕਿੰਨੀਆਂ ਕਬਰਾਂ ਬਣਾਈਆਂ, ਕਿੰਨੇ ਪੀਰਾਂ ਦੇ ਮੁਜ਼ਾਰ ਕੀਤੇ, ਮੁਜ਼ਾਰੇ ਬਣਾਏ ਗਏ, ਤੇ ਲੀਡਰ ਜਾ ਜਾ ਕੇ ਉੱਥੇ ਚਾਦਰਾਂ ਚੜਾਉਂਦੇ। ਤੇ ਮੈਂ ਬੇਨਤੀ ਕਰਾਂ, 500 ਕਿਸਾਨ ਮਰਵਾ ਕੇ, ਕਿਸੇ ਦਾ ਉਹ ਭਰਾ ਸੀ, ਕਿਸੇ ਦਾ ਪਤੀ ਸੀ, ਕਿਸੇ ਦਾ ਪੁੱਤਰ ਸੀ, 500 ਕਿਸਾਨ ਮਰਵਾਉਣ ਤੋਂ ਬਾਅਦ ਵੀ ਜੇ ਇਹਨਾਂ ਲੀਡਰਾਂ ਦੀ ਜੈ ਜੈਕਾਰ ਕਰਨੀ ਹੈ ਤਾਂ ਫਿਰ ਮਰਵਾਉਣ ਦੀ ਕੀ ਲੋੜ ਸੀ, ਘਰ ਵਸਦੇ ਰਹਿੰਦੇ ਤੇ ਚੰਗਾ ਸੀ। ਤੇ ਇੱਥੇ ਗਿਆਨੀ ਗਿਆਨ ਸਿੰਘ ਜੀ ਕਹਿੰਦੇ, ਜਗਨਨਾਥ ਕੋ ਟੁੰਡਾ ਆਖੇ, ਰਾਮ ਕ੍ਰਿਸ਼ਨ ਕੋ ਜਾਪ ਨਾ ਭਾਖੈ। ਉਹ ਕੇਵਲ ਆਪਣੇ ਗੁਰੂ ਦੇ ਸ਼ਬਦ ਤੋਂ ਬਿਨਾਂ ਹੋਰ ਕਿਸੇ ਦੀ ਉਹ ਉਸਤਤ ਨਹੀਂ ਕਰਦੇ। ਜ਼ਕਰੀਆ ਖਾਨ ਕਹਿਣ ਲੱਗਾ, ਹੈ ਇਹ ਗੱਲ ਹੈ? ਤਾਂ ਕਹਿਣ ਲੱਗੇ, ਬਿਲਕੁਲ ਜੋ ਸੁਣਿਆ। ਕਹਿੰਦੇ ਜ਼ਕਰੀਆ ਖਾਨ ਨੇ ਹੁਕਮ ਜਾਰੀ ਕੀਤਾ। ਇੱਕ ਹੋਰ ਇਤਿਹਾਸਕ ਵਾਰਤਾ ਹੈ। ਕਹਿੰਦੇ ਪੱਟੀ ਸ਼ਹਿਰ ਹੈ ਨਾ ਜਿਹੜਾ, ਪੱਟੀ ਦਾ ਰਹਿਣ ਵਾਲਾ ਸੀ ਇੱਕ ਜਾਫਰ ਬੇਗ, ਤੇ ਜਾਫਰ ਬੇਗ ਦੀ ਇੱਕ ਭੈਣ, ਇੱਕ ਖਿਮਾ ਕਰਿਓ ਧੀ ਸੀ, ਬੱਚੀ, ਉਹਦਾ ਨਾਂ ਸੀ ਸਲਮਾ, ਉਹਨੂੰ ਸਲੀਮਾ ਵੀ ਕਹਿੰਦੇ ਸਨ। ਕਹਿੰਦੇ ਫਿਰ ਇਸ ਪੱਟੀ ਸ਼ਹਿਰ ਦਾ ਹੀ ਰਹਿਣ ਵਾਲਾ ਸੀ ਜਾਫਰ ਬੇਗ। ਤੇ ਜਾਫਰ ਬੇਗ ਇੰਨਾ ਕੁ ਹੰਕਾਰੀ ਹੈ, ਖਿਮਾ ਕਰਿਓ, ਪਰ ਉਸੇ ਪਿੰਡ ਦੇ ਵਿੱਚ ਇੱਕ ਰਹੀਮ ਬਖਸ਼ ਰਹਿੰਦਾ ਹੈ। ਤੇ ਜਾਫਰ ਬੇਗ ਨੇ ਜਦੋਂ ਰਹੀਮ ਬਖਸ਼ ਦੀ ਧੀ ਨੂੰ ਦੇਖਿਆ ਤੇ ਇਹ ਜ਼ਬਰਦਸਤੀ ਚੁੱਕ ਕੇ ਲੈ ਗਿਆ। ਤੇ ਇਧਰੋਂ ਰਹੀਮ ਬਖਸ਼ ਜਾਫਰ ਬੇਗ ਨੂੰ ਬੇਨਤੀ ਕਰਦਾ, ਮੇਰੀ ਧੀ ਨੂੰ ਚੁੱਕ ਕੇ ਲੈ ਗਏ ਹੋ ਤੇ ਤੁਸੀਂ ਇਹਨੂੰ ਛੱਡ ਦਿਓ। ਜਾਫਰ ਬੇਗ ਕਹਿੰਦਾ, ਇਹਨੂੰ ਮੈਂ ਆਪਣੀ ਮਹਿਲਾਂ ਦੀ ਰਾਣੀ ਬਣਾਉਣਾ। ਅਖੀਰ ਪੁਕਾਰ ਕੀਤੀ, ਦੁਹਾਰ ਪਾਈ, ਜਾਫਰ ਬੇਗ ਨੇ ਧੱਕੇ ਮਾਰ ਕੇ ਇਹਨੂੰ ਕੱਢ ਦਿੱਤਾ। ਉਸ ਤੋਂ ਬਾਅਦ ਇਹ ਲਾਹੌਰ ਜਾਂਦਾ ਹੈ। ਲਾਹੌਰ ਜ਼ਕਰੀਆ ਖਾਨ ਦੇ ਕੋਲ ਜਾ ਕੇ ਗਿੜਗਿੜਾਇਆ, ਹਾਲ ਪਹਾਰਿਆਂ ਕੀਤੀ, ਮੇਰੀ ਧੀ ਨੂੰ ਚੁੱਕ ਕੇ ਪੱਟੀ ਦਾ ਜਿਹੜਾ ਚੌਧਰੀ ਹੈ ਜਾਫਰ ਬੇਗ ਚੁੱਕ ਕੇ ਲੈ ਗਿਆ ਤੇ ਤੁਸੀਂ ਉਹਨੂੰ ਛੁਡਾ ਦਿਓ। ਜ਼ਕਰੀਆ ਖਾਨ ਕਹਿੰਦਾ, ਜਿੱਧਰੋਂ ਆਇਆ ਉਧਰ ਪਰਚਦਾ, ਕਿਉਂਕਿ ਸਾਡੀ ਹਕੂਮਤ ਹੈ, ਜੋ ਚਾਹੀਏ ਅਸੀਂ ਕਰ ਸਕਦੇ ਹਾਂ। ਇਹ ਹਕੀਕਤ ਹੈ, ਕਾਨੂੰਨ ਹੁੰਦਾ ਗਰੀਬਾਂ ਲਈ। ਜਿਹੜੇ ਧਨਵਾਨ ਲੋਕ ਹੁੰਦੇ ਆ ਨਾ, ਉਹਨਾਂ ਲਈ ਕਾਨੂੰਨ ਕੋਈ ਮਾਇਨੇ ਨਹੀਂ ਰੱਖਦਾ। ਹੋ ਸਕਦਾ ਹੈ ਇਹਨਾਂ ਮੁਲਕਾਂ ਵਿੱਚ ਵੀ ਹੋ ਸਕਦਾ ਹੈ ਅਮੀਰ ਲੋਕ, ਖਿਮਾ ਕਰਿਓ, ਉਹ ਵੀ ਇਸ ਕਾਨੂੰਨ ਨੂੰ ਆਪਣੇ ਇੰਜ ਕਹਿ ਲਓ ਆਪਣੇ ਦਾਇਰੇ ਦੇ ਵਿੱਚ ਕਰ ਲੈਣ। ਪਰ ਕਹਿੰਦੇ ਕਾਨੂੰਨ ਗਰੀਬਾਂ ਵਾਸਤੇ ਕੋਈ ਕਾਨੂੰਨ ਨਹੀਂ। ਇਹ ਕੇਵਲ ਤੇ ਕੇਵਲ ਅਮੀਰ ਲੋਕ ਨੇ ਜਿਹੜੇ ਕਾਨੂੰਨ ਨੂੰ ਵੀ ਆਪਣੇ ਵੱਸ ਵਿੱਚ ਕਰ ਲੈਂਦੇ। ਕਹਿੰਦੇ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਤੇ ਜਦੋਂ ਇਹ ਲਾਹੌਰ ਤੋਂ ਚੱਲ ਕੇ ਵਾਪਸ ਆਉਂਦਾ ਹੈ ਤੇ ਰਸਤੇ ਵਿੱਚ ਪਿੰਡ ਇੱਕ ਪੜਾਣਾ ਪੈਂਦਾ ਹੈ। ਉਥੋਂ ਪਿੰਡ ਦੇ ਲੋਕਾਂ ਨੇ ਕਹਿੰਦੇ ਜਦੋਂ ਇਸ ਰਹੀਮ ਬਖਸ਼ ਨੂੰ ਪੁੱਛਿਆ, ਤੂੰ ਰੋਂਦਾ ਆਉਣਾ, ਕਾਰਨ ਕੀ ਹੈ? ਤੇ ਉਹ ਕਹਿਣ ਲੱਗਾ, ਮੇਰੇ ਨਾਲ ਆਹ ਘਟਨਾ ਵਾਪਰੀ। ਉਹ ਕਹਿਣ ਲੱਗਾ, ਤੇਰੀ ਬਾਹ ਕਿਸੇ ਨੇ ਨਹੀਂ ਫੜਨੀ। ਤੇ ਇੱਥੇ ਲਾਗੇ ਕਹਿੰਦੇ ਇੱਕ ਪਿੰਡ ਪੈਂਦਾ ਪੂਲਾ, ਭਿੱਖੀ ਵਿੰਡ ਤੇ ਪੂਲਾ, ਤੂੰ ਉਸ ਪੂਲੇ ਪਿੰਡ ਜਾ ਤੇ ਉੱਥੇ ਤਾਰੂ ਸਿੰਘ ਰਹਿੰਦਾ ਹੈ। ਉਹ ਸਿੰਘਾਂ ਦੀ ਸੇਵਾ ਕਰਦਾ ਹੈ, ਡਰਦਾ ਕਿਸੇ ਤੋਂ ਕੋਈ ਨਹੀਂ, ਨੌਜਵਾਨ ਗੱਭਰੂ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ। ਤੇ ਤੂੰ ਉਹਨੂੰ ਬੇਨਤੀ ਕਰ ਤੇ ਉਹ ਤੇਰੀ ਬਾਹ ਫੜ ਸਕਦੇ ਨੇ। ਇਤਿਹਾਸ ਕਹਿੰਦਾ ਪਰ ਕਰਨ ਲੰਬਾ ਬੇਨਤੀ ਕਰਾਂ। ਕਹਿੰਦੇ ਉਸ ਸਮੇਂ ਕਹਿੰਦੇ ਜਾ ਕੇ ਜਦੋਂ ਭਾਈ ਤਾਰੂ ਸਿੰਘ ਜੀ ਦੇ ਅੱਗੇ ਹੱਥ ਜੋੜੇ, ਜਦੋਂ ਚਰਨਾਂ ਤੇ ਡਿੱਗਣ ਲੱਗਾ, ਤਾਰੂ ਸਿੰਘ ਨੇ ਦੋਵੇਂ ਹੱਥ ਪਕੜੇ, ਉੱਚੀਆਂ ਕਰ ਲਿਆ। ਕਹਿੰਦੇ ਤੂੰ ਗੱਲ ਦੱਸ, ਤੇਰੇ ਨਾਲ ਹੋਇਆ ਕੀ ਹੈ? ਉਹ ਕਹਿਣ ਲੱਗਾ, ਮੇਰੀ ਧੀ ਸਲਮਾ ਨੂੰ ਕਹਿੰਦੇ ਜਾਫਰ ਬੇਗ ਪੱਟੀ ਦਾ, ਵੇਖੋ ਜਿਹੜਾ ਰਹੀਮ ਬਖਸ਼ ਹੈ ਉਹ ਵੀ ਮੁਸਲਮਾਨ ਹੈ, ਮਾਛੀ ਭਾਵ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਢੋਣ ਵਾਲਾ, ਤੇ ਜਿਹੜਾ ਜਾਫਰ ਬੇਗ ਹੈ ਤੇ ਉਹ ਵੀ ਮੁਸਲਮਾਨ ਹੈ। ਹੁਣ ਜਿਹੜੇ ਕਹਿੰਦੇ ਨੇ ਵੀ ਸਿੱਖ ਕੌਮ ਜਰਾਇਮ ਪੇਸ਼ਾ ਕੌਮ ਹੈ ਜਾਂ ਇਹ ਵਿਤਕਰਾ ਕਰਦੇ ਨੇ, ਸਿੱਖ ਕੇਵਲ ਤੇ ਕੇਵਲ ਆਪਣਾ ਫਰਜ਼ ਨਿਭਾਉਂਦਾ ਹੈ। ਇਹ ਨਹੀਂ ਵੇਖਦਾ ਕਿ ਮੁਸਲਮਾਨ ਦੀ ਧੀ ਹੈ ਜਾਂ ਮੁਸਲਮਾਨ ਦੀ ਭੈਣ ਹੈ, ਉਹਨਾਂ ਨੇ ਕੇਵਲ ਤੇ ਕੇਵਲ ਹਿਫਾਜ਼ਤ ਕਰਨੀ ਹੈ। ਕਹਿੰਦੇ ਰਹੀਮ ਬਖਸ਼ ਬੇਨਤੀ ਕਰਦਾ ਤੇ ਅੱਗੋਂ ਭਾਈ ਤਾਰੂ ਸਿੰਘ ਕਹਿੰਦਾ, ਤੂੰ ਪਰਵਾਹ ਨਾ ਕਰ, ਆ ਲੰਗਰ ਪ੍ਰਸ਼ਾਦਾ ਪਾਣੀ ਛਕ, ਤੂੰ ਆਰਾਮ ਕਰ, ਸਵੇਰੇ ਕਹਿੰਦੇ ਤੇਰੀ ਬੱਚੀ ਧੀ ਤੇਰੇ ਘਰੇ ਪਹੁੰਚ ਜਾਏਗੀ। ਕਹਿੰਦੇ ਉਹਦੀ ਸੇਵਾ ਕੀਤੀ, ਆਰਾਮ ਉਹਨੂੰ ਦਿੱਤਾ, ਲੰਗਰ ਪ੍ਰਸ਼ਾਦਾ ਪਾਣੀ ਛਕਿਆ
ਤੇ ਭਾਈ ਤਾਰੂ ਸਿੰਘ ਕਹਿੰਦੇ ਉਸੇ ਵਕਤ ਰਾਤ ਨੂੰ ਜਿਹੜੇ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਸੀ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਸਿੰਘੋ ਅੱਜ ਕਿਸੇ ਗਰੀਬ ਦੇ ਉੱਪਰ ਜ਼ੁਲਮ ਹੋ ਰਿਹਾ ਹੈ, ਉਹਦੀ ਧੀ ਨੂੰ ਜਾਫਰ ਬੇਗ ਚੁੱਕ ਕੇ ਲੈ ਗਿਆ। ਜਦੋਂ ਇੰਨੀ ਗੱਲ ਕਹੀ ਤੇ ਉਹ ਕਹਿੰਦੇ ਤਾਰੂ ਸਿੰਘਾ, ਆ ਗੁਰੂ ਨਾਨਕ ਦੇ ਘਰ ਦੀ ਤੂੰ ਸੇਵਾ ਕਰਦਾ ਰਿਹਾ, ਤੇਰੇ ਘਰ ਦੇ ਵਿੱਚੋਂ ਲੰਗਰ ਪ੍ਰਸ਼ਾਦਾ ਪਾਣੀ ਛਕਿਆ, ਤੇ ਜੇ ਅੱਜ ਕਿਸੇ ਗਰੀਬ ਦੇ ਉੱਪਰ ਜ਼ੁਲਮ ਅਤਿਆਚਾਰ ਹੋ ਰਿਹਾ ਤੇ ਤੂੰ ਸਾਨੂੰ ਕਹਿ ਰਿਹਾ ਹੈ, ਤੇ ਇਹ ਕਿਵੇਂ ਹੋ ਸਕਦਾ ਕਿ ਅਸੀਂ ਤੇਰੀ ਗੱਲ ਨਾ ਮੰਨੀਏ। ਕਹਿੰਦੇ ਉਸੇ ਸਮੇਂ ਸਿੰਘ ਇਕੱਠੇ ਹੋਏ, ਤਾਰੂ ਸਿੰਘ ਨਾਲ ਗਿਆ। ਕਹਿੰਦੇ ਜਾਫਰ ਬੇਗ ਦੀ ਚੰਗੀ ਸ਼ਤਰੌਲ ਕੀਤੀ ਤੇ ਰਹੀਮ ਬਖਸ਼ ਦੀ ਜਿਹੜੀ ਬੱਚੀ ਸੀ ਉਹਨੂੰ ਛੁਡਾ ਕੇ ਕਹਿੰਦੇ ਵਾਪਸ ਲਿਆਂਦਾ ਭਾਈ ਤਾਰੂ ਸਿੰਘ ਨੇ ਤੇ ਸਿੰਘਾਂ ਨੇ। ਪਰ ਬੇਨਤੀ ਕਰਾਂ, ਇਤਿਹਾਸ ਇਹ ਕਹਿੰਦਾ ਹੈ, ਕਹਿੰਦੇ ਭਾਈ ਤਾਰੂ ਸਿੰਘ ਜੀ ਨੇ ਰਹੀਮ ਬਖਸ਼ ਦੀ ਬੱਚੀ ਦਾ ਧੀ ਦਾ ਡੋਲਾ ਵੀ ਭੈਣ ਬਣਾ ਕੇ ਤੋਰਿਆ, ਉਹਦੀ ਸ਼ਾਦੀ ਵੀ ਕੀਤੀ। ਵੇਖੋ ਜਿਨ੍ਹਾਂ ਨੂੰ ਤਾਰੂ ਸਿੰਘ ਲੰਗਰ ਪ੍ਰਸ਼ਾਦਾ ਪਾਣੀ ਛਕਾਉਂਦਾ ਰਿਹਾ, ਔਖੇ ਸਮੇਂ ਉਹ ਭਾਈ ਤਾਰੂ ਸਿੰਘ ਤੇ ਕੌਮ ਦੇ ਪਿੱਛੇ ਵੀ ਖੜੇ। ਤੇ ਜਿਨ੍ਹਾਂ ਲੋਕਾਂ ਦੀ ਅਸੀਂ ਮਦਦ ਕਰਦੇ ਹਾਂ, ਇਹ ਲੋਕ ਅੱਜ ਤੁਹਾਡੇ ਇਤਿਹਾਸ ਤੇ ਤੁਹਾਡੀ ਕੌਮ ਦੇ ਪਿੱਠ ਦੇ ਵਿੱਚ ਛੁਰਾ ਮਾਰ ਰਹੇ ਨੇ। ਉਹ ਮੈਂ ਪਹਿਲਾਂ ਤੁਹਾਨੂੰ ਬੇਨਤੀ ਕਰ ਹੀ ਦਿੱਤੀ ਹੈ। ਇਹ ਪਛਾਣਨਾ ਹੁਣ ਅਸੀਂ ਹੈ। ਜੇ ਹੁਣ ਵੀ ਨਾ ਜਾਗੇ ਤਾਂ ਵੇਖੋ ਹੁਣ ਅਸੀਂ ਦਸਤਾਰਾਂ ਲਾ ਕੇ, ਹੁਣ ਇੱਕ ਟ੍ਰੈਂਡ ਜਿਹਾ ਚੱਲ ਪਿਆ, ਸਟੰਟ ਜੇ ਪੰਜਾਬ ਵਿੱਚ ਵੀ ਮੈਂ ਦੇਖਿਆ, ਸੰਗਰੂਰ ਦੇਖਿਆ, ਦੋ ਨਿਆਣੇ 18 ਕੁ ਸਾਲ ਦੇ ਪਿੱਛੇ ਗੁੱਤਨੀਆਂ ਜੀਆਂ ਕਰੀਆਂ ਤੇ ਨਾਲ ਦਾ ਸਿੰਘ। ਮੈਂ ਆਖਿਆ ਵੀ ਆਹ ਕੀ ਬਲਾ ਹੈ, ਵੀ ਇਹ ਕੀ ਚੀਜ਼ ਹੈ। ਕਹਿੰਦੇ ਜੀ ਇਹ ਮਾਡਰਨ ਨੇ। ਤੇ ਸੁਣ ਕੇ ਹੈਰਾਨਗੀ ਹੋਈ। ਤੇ ਉਹ ਬੱਚੇ ਵੀ ਸਰਦਾਰਾਂ ਦੇ ਸਨ ਤੇ ਮਾਂ ਪਿਓ ਦਾ ਵੀ ਅੰਮ੍ਰਿਤ ਛਕਿਆ ਹੋਇਆ ਸੀ। ਦਰਅਸਲ ਜੇ ਇਹ ਭੇਡ ਚਾਲ ਗੁੱਤਨੀਆਂ ਵਾਲੀ ਚੱਲ ਪਈ, ਖਿਮਾ ਕਰੇ, ਇਹ ਤੁਹਾਡੀ ਪੱਗ ਦੀ ਜਿਹੜੀ ਪਹਿਚਾਣ ਹੈ ਨਾ, ਇਹ ਹੌਲੀ ਹੌਲੀ ਬਿਲਕੁਲ ਖਤਮ ਹੋ ਜਾਣੀ ਹੈ। ਇਸ ਗੱਲ ਤੋਂ ਵੀ ਸੰਕੋਚ ਕਰਨੇ, ਖਿਮਾ ਕਰਿਓ ਬੇਨਤੀ ਕਰਾਂ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਉਸੇ ਵਕਤ ਫਿਰ ਜ਼ਕਰੀਆ ਖਾਨ ਨੇ ਹੁਕਮ ਕੀਤਾ, ਕਹਿੰਦੇ ਇਹਨੂੰ ਪਕੜ ਕੇ ਲਿਆਓ। 10-20 ਬੰਦੇ ਪੂਲੇ ਪਿੰਡ ਵਿੱਚ ਭੇਜੇ ਤੇ ਗ੍ਰਿਫਤਾਰ ਕਰ ਲਿਆ। ਇੱਥੋਂ ਤੱਕ ਭੈਣ ਨੂੰ ਤੇ ਮਾਤਾ ਨੂੰ ਵੀ ਗ੍ਰਿਫਤਾਰ ਕੀਤਾ ਸੀ। ਪਰ ਕਹਿੰਦੇ ਪਿੰਡ ਦੇ ਲੋਕਾਂ ਨੇ ਭੈਣ ਨੂੰ ਤੇ ਮਾਤਾ ਨੂੰ ਤਾਂ ਛੁਡਾ ਲਿਆ ਕਿ ਇਹ ਸਾਡੇ ਪਿੰਡ ਦੀ ਮਾਂ ਹੈ, ਪਿੰਡ ਦੀ ਧੀ ਹੈ, ਇਹਨੂੰ ਨਹੀਂ ਤੁਸੀਂ ਲਿਜਾ ਸਕਦੇ। ਮਾਇਆ ਦਿੱਤੀ ਬੇਅੰਤ। ਉਹਨਾਂ ਨੇ ਸਿਪਾਹੀਆਂ ਨੇ ਮਾਂ ਨੂੰ ਤੇ ਧੀ ਨੂੰ ਤਾਂ ਛੱਡ ਦਿੱਤਾ। ਸਿਪਾਹੀ ਕਹਿੰਦੇ ਤਾਰੂ ਸਿੰਘ ਨੂੰ ਸਾਡੇ ਨਾਲ ਜਾਣਾ ਪਏਗਾ। ਕਹਿੰਦੇ ਜਦੋਂ ਤਾਰੂ ਸਿੰਘ ਜੀ ਨੂੰ ਲਾਹੌਰ ਲੈ ਗਏ, ਜ਼ਕਰੀਆ ਖਾਨ ਹੁਣ ਹੰਕਾਰ ਦਾ ਭਰਿਆ ਪੀਤਾ, ਕਹਿੰਦਾ ਮੈਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾ ਰਿਹਾ ਤੇ ਮੈਂ ਸਿੰਘ ਖਤਮ ਕਰ ਦਿੱਤੇ, ਤੇ ਤੂੰ ਸਿੰਘਾਂ ਨੂੰ ਲੰਗਰ ਪ੍ਰਸ਼ਾਦਾ ਪਾਣੀ ਛਕਾ ਕੇ ਤੂੰ ਤਿਆਰ ਕਰ ਦੇ। ਕਹਿੰਦੇ ਉਸ ਸਮੇਂ ਭਾਈ ਤਾਰੂ ਸਿੰਘ ਨੂੰ ਕਹਿਣ ਲੱਗੇ ਵੀ ਜਿਹੜੀ ਸਿੱਖੀ ਦੀ ਤੂੰ ਗੱਲ ਕਰਦਾ, ਜਿਨ੍ਹਾਂ ਸਿੱਖਾਂ ਦੀ ਗੱਲ ਕਰਦਾ ਨਾ, ਕਹਿੰਦੇ ਉਹ ਸਿੱਖੀ ਕਹਿੰਦੇ ਮੈਂ ਖਤਮ ਕਰ ਦਿੱਤੀ ਹੈ। ਜਿਹੜੇ ਕੇਸ ਤੂੰ ਸਿਰ ਦੇ ਉੱਪਰ ਰੱਖੇ ਨੇ, ਕਹਿੰਦੇ ਇਹ ਵੀ ਮੈਂ ਤੇਰੇ ਉਤਾਰ ਦੇਣੇ ਨੇ। ਭਾਈ ਤਾਰੂ ਸਿੰਘ ਕਹਿੰਦਾ ਖਬਰਦਾਰ ਜੇ ਮੇਰੇ ਗੁਰੂ ਦੀ ਸਿੱਖੀ ਤੇ ਕੇਸਾਂ ਦੇ ਬਾਰੇ ਇੱਕ ਵੀ ਲਫ਼ਜ਼ ਬੋਲਿਆ। ਇਤਿਹਾਸ ਕਹਿੰਦਾ ਏ ਜ਼ਕਰੀਆ ਖਾਨ ਕਹਿਣ ਲੱਗਾ, ਉਹ ਤਾਰੂ ਸਿੰਘਾ ਜਿਨ੍ਹਾਂ ਕੇਸਾਂ ਦਾ ਤੂੰ ਮਾਣ ਕਰਦਾ ਹੈ, ਹੰਕਾਰ ਕਰਦਾ ਹੈ, ਇਹਨਾਂ ਕੇਸਾਂ ਨੂੰ ਤਾਂ ਮੈਂ ਪਲਾਂ ਦੇ ਵਿੱਚ ਕਹਿੰਦੇ ਉਤਾਰ ਦੇਣਾ ਹੈ। ਭਾਵ ਇਹਨਾਂ ਨੂੰ ਮੈਂ ਜੁੱਤੀਆਂ ਮਾਰ-ਮਾਰ ਕੇ ਲਾ ਦਿਆਂਗਾ। ਇਹ ਗੱਲ ਜਦੋਂ ਕਹੀ ਤੇ ਤਾਰੂ ਸਿੰਘ ਕਹਿਣ ਲੱਗਾ ਤੂੰ ਆਪਣੀ ਗੱਲ ਛੱਡ, ਤੂੰ ਜੁੱਤੀਆਂ ਦੀ ਗੱਲ ਛੱਡ, ਤੇਰੀ ਮੌਤ ਵੀ ਕਹਿੰਦੇ ਮੇਰੀ ਜੁੱਤੀ ਨਾਲ ਹੀ ਹੋਣੀ ਹੈ। ਇਹ ਇੱਕ ਸਿੰਘ ਦਾ ਇੰਜ ਕਹਿ ਲੋ ਕੌਲ ਸੀ, ਇੱਕ ਸਿੰਘ ਦਾ ਬਚਨ ਸੀ, ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ। ਉਹ ਕੌਲ ਉਹ ਬਚਨ ਵਾਕਈ ਪੂਰਾ ਹੋਇਆ। ਇਧਰੋਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਕਹਿੰਦੇ ਲਾਉਣੀ ਸ਼ੁਰੂ ਕਰ ਦਿੱਤੀ। ਆਪਾਂ ਕਈ ਦਫਾ ਇਹ ਗੱਲ ਕਹਿੰਦੇ ਆ ਕਿ ਭਾਈ ਤਾਰੂ ਸਿੰਘ ਜੀ ਦੇ ਕੇਸ ਨੇ ਜਿਹੜੇ ਉਹ ਲੋਹੇ ਦੀਆਂ ਤਾਰਾਂ ਬਣ ਗਏ। ਦਰਅਸਲ ਜੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਤਾਂ ਫਿਰ ਖੋਪਰੀ ਲੋਹੇ ਦੀ ਕਿਉਂ ਨਾ ਬਣੀ। ਇਹਦੇ ਪਿੱਛੇ ਰਮਜ ਪਿੱਛੇ ਰਹੱਸ ਇਹ ਹੈ, ਦਰਅਸਲ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਸਿਦਕ ਸੀ ਨਾ ਉਹ ਲੋਹੇ ਵਰਗਾ ਪੱਕਾ ਬਣ ਗਿਆ ਕਿ ਜੋ ਤੂੰ ਚਾਹੁੰਦਾ ਜੋ ਮਰਜ਼ੀ ਕਰ ਲੈ। ਪਰ ਕਹਿੰਦੇ ਇਹ ਕੇਸ ਹਨ ਜਿਹੜੇ ਮੇਰੇ ਗੁਰੂ ਦੇ ਹਨ, ਇਹ ਤੂੰ ਮੇਰੇ ਕੇਸਾਂ ਸਵਾਸਾਂ ਸੰਗ ਇਹ ਜਿਹੜੀ ਖੋਪਰੀ ਹੈ ਤੂੰ ਲਾ ਤਾਂ ਸਕਦਾ ਹੈ। ਜਿੰਨਾ ਚਿਰ ਮੇਰੇ ਸਰੀਰ ਦੇ ਵਿੱਚ ਸਵਾਸ ਰਹਿਣਗੇ, ਜਿੰਨਾ ਚਿਰ ਮੇਰੇ ਸਰੀਰ ਦੇ ਵਿੱਚ ਸਵਾਸ ਰਹਿਣਗੇ, ਉਹਨਾਂ ਚਿਰ ਮੈਂ ਕਹਿੰਦੇ ਇਹਨਾਂ ਕੇਸਾਂ ਨੂੰ ਕਤਲ ਨਹੀਂ ਹੋਣ ਦੇਣਾ। ਕਹਿੰਦੇ ਉਸ ਸਮੇਂ ਮੋਚੀ ਬੁਲਾਇਆ ਗਿਆ।
केस जदों कैंची नाल भी कटदे है ना तो उस नाई दी हिम्मत नहीं पैंदी, अखां विच अखां उह तों पा नहीं हुंदियां। पर कहंदे ओह कहण लगा फिर इह केस जे कटांगे ये तां दुबारे फेर पुंगर आउणगे। जकरिया खान कहंदा केस ना कट्टो, पर कहंदे तुसीं इहदी खोपरी उतार दिओ जिस केसां दा इह माण करदा है। कहंदे खोपरी उतार दित्ती गई। इतिहास गवाह है कहंदे 22 दिन लगातार भाई तारू सिंह जी खोपरी तो बगैर रहे 22 दिन। ਉਹ ਕੀ ਸੀ ਅੰਦਰ? ਉਹ ਸੀ ਗੁਰੂ ਦਾ ਸ਼ਬਦ, ਉਹ ਸੀ ਕਹਿੰਦੇ ਅੰਦਰ ਸਿਦਕ ਜਿਹੜਾ ਭਾਈ ਤਾਰੂ ਸਿੰਘ ਨੂੰ ਡੋਲਣ ਨਹੀਂ ਸੀ ਦੇ ਰਿਹਾ 22 ਦਿਨਾਂ ਤੱਕ। ਕਹਿੰਦੇ ਜਿਵੇਂ ਜਿਵੇਂ ਤਾਰੂ ਸਿੰਘ ਜੀ ਦੀ ਖੋਪਰੀ ਲਾਉਂਦੇ ਸਨ ਤੇ ਇਧਰੋਂ ਜ਼ਕਰੀਆ ਖਾਨ ਨੂੰ ਕਹਿੰਦੇ ਪਿਸ਼ਾਬ ਦਾ ਬੰਨ ਪੈਣਾ ਸ਼ੁਰੂ ਹੋ ਗਿਆ। ਬੜਾ ਔਖਾ ਹੋਇਆ, ਫੁੱਲ ਕੇ ਐਨ ਮੋਟਾ ਹੋ ਗਿਆ, ਬੜੀ ਹਾਲ ਦੁਹਾਈ ਪਾਉਂਦਾ ਮੈਨੂੰ ਬਚਾਓ ਮੈਨੂੰ ਬਚਾਓ। ਅਖੀਰ ਕਹਿੰਦੇ ਇਹਦੇ ਦਰਬਾਰ ਵਿੱਚ ਨੌਕਰੀ ਕਰਦਾ ਸੀ ਭਾਈ ਇੰਜ ਕਹਿ ਲਓ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ, ਦੋ ਪਿਓ ਪੁੱਤਰ ਹੋਏ ਨੇ ਜਿਹੜੇ ਚਰਖੜੀਆਂ ਤੇ ਚੜੇ। ਭਾਈ ਸੁਬੇਗ ਸਿੰਘ ਸਰਕਾਰੀ ਨੌਕਰੀ ਜੌਬ ਕਰਦਾ ਸੀ ਪਰ ਉਹ ਟੌਟ ਨਹੀਂ ਸੀ, ਉਹ ਗੁਰੂ ਦਾ ਸਿੱਖ ਸੀ ਪਰ ਉਹ ਗੱਲ ਸਿੱਖੀ ਦੀ ਕੌਮ ਦੀ ਕਰਦਾ ਸੀ। ਅਖੀਰ ਕਹਿੰਦੇ ਜ਼ਕਰੀਆ ਖਾਨ ਨੇ ਸੁਬੇਗ ਸਿੰਘ ਨੂੰ ਬੁਲਾਇਆ, ਕਹਿਣ ਲੱਗੇ ਸੁਬੇਗ ਸਿੰਘ ਤੇਰੀ ਬੜੀ ਨੇੜਤਾ ਹੈ, ਤੁਹਾਡੀ ਬਾਣੀ ਵਿੱਚ ਇਹ ਬਚਨ ਲਿਖੇ ਹੋਏ ਨੇ ਕਿ ਨਾਨਕ ਸੰਤ ਸੰਗ ਨਿੰਦਕ ਵੀ ਤਰੈ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਵੀ ਤਰੈ। ਭਾਵ ਨਿੰਦਕ ਵੀ ਤਰ ਜਾਂਦੇ ਨੇ ਤੇ ਮੇਰੇ ਤੇ ਕਿਰਪਾ ਕਰ ਤੇ ਮੇਰੀ ਇਹ ਬੰਦ ਖਲਾਸੀ ਹੋ ਜੇ, ਮੇਰੀ ਮੁਕਤੀ ਹੋ ਜੇ। ਕਹਿੰਦੇ ਸੁਬੇਗ ਸਿੰਘ ਪੰਥ ਕੋਲ ਗਿਆ, ਜਾ ਕੇ ਬੇਨਤੀ ਕੀਤੀ। ਉਹਨਾਂ ਆਖਿਆ ਤਾਰੂ ਸਿੰਘ ਨੂੰ ਪੁੱਛੋ। ਤਾਰੂ ਸਿੰਘ ਕਹਿਣ ਲੱਗਾ ਮੈਂ ਗੱਲ ਪੰਥ ਤੇ ਛੱਡ ਦਿੱਤੀ ਹੈ, ਜੋ ਪੰਥ ਫੈਸਲਾ ਕਰੇਗਾ, ਜੋ ਪੰਜ ਪਿਆਰੇ ਸਹਿਬਾਨ ਫੈਸਲਾ ਕਰਨਗੇ ਬਸ ਉਹ ਫੈਸਲਾ ਕਹਿੰਦੇ ਮੇਰਾ ਹੀ ਫੈਸਲਾ ਹੋਵੇਗਾ। ਪਰ ਫੈਸਲਾ ਕੀ ਹੋਇਆ? ਫਿਰ ਸਿੰਘ ਕਹਿਣ ਲੱਗੇ ਪੰਜੇ ਸਿੰਘ, ਇਹ ਕਹਿੰਦੇ ਗੁਰੂ ਦੇ ਸਿੰਘ ਦੇ ਕੇਸਾਂ ਨੂੰ ਜੁੱਤੀ ਦੇ ਨਾਲ ਤੁਲਨਾ ਕਰਦਾ ਸੀ। ਕਹਿੰਦੇ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦਾ ਜੁੱਤਾ ਲੈ ਜਾਓ ਤੇ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਜਿੰਨੇ ਮਾਰੋਗੇ ਕਹਿੰਦੇ ਓਨਾ ਹੀ ਇਹਨੂੰ ਆਰਾਮ ਆਏਗਾ। ਕਹਿੰਦੇ ਪੈਰਾਂ ਦੇ ਵਿੱਚੋਂ ਚਰਨਾਂ ਤੋਂ ਜੁੱਤੀਆਂ ਉਤਾਰ ਕੇ ਲੈ ਗਏ। ਜ਼ਕਰੀਆ ਖਾਨ ਨੂੰ ਕਹਿਣ ਲੱਗੇ ਤੇਰੇ ਵਾਸਤੇ ਲਿਆਂਦੀ ਆ ਸੰਜੀਵਨੀ ਬੂਟੀ। ਹੁਣ ਕਹਿੰਦੇ ਜਿਵੇਂ ਜਿਵੇਂ ਇਹ ਖਾਣ, ਕਹਿੰਦਾ ਖਾਣ ਵਾਸਤੇ, ਕਹਿੰਦੇ ਖਾਣ ਵਾਸਤੇ ਨਹੀਂ, ਇਹ ਸਿਰ 'ਚ ਮਾਰਨ ਵਾਸਤੇ ਹੈ। ਕਹਿੰਦੇ ਜਦੋਂ ਇੱਕ ਜ਼ੋਰ ਦੀ ਮਾਰੀ ਸਿਰ ਵਿੱਚ ਜੁੱਤੀ ਤੇ ਜ਼ਕਰੀਆ ਖਾਨ ਕਹਿੰਦਾ ਆਰਾਮ ਬੜਾ ਮਿਲਦਾ ਹੈ। ਇਤਿਹਾਸ ਕਹਿੰਦਾ ਜੇ ਸਿੰਘ ਰੁਕਦੇ ਨੇ, ਉਹ ਕਹਿੰਦਾ ਨਹੀਂ ਹੋਰ ਮਾਰੋ ਹੋਰ ਮਾਰੋ। ਲਗਾਤਾਰ ਜੁੱਤੀਆਂ ਮਾਰ ਮਾਰ ਕੇ ਅਖੀਰ ਜ਼ਕਰੀਆ ਖਾਨ ਦਾ ਮਰ ਕੇ ਖਹਿੜਾ ਛੁੱਟਿਆ। ਇਧਰੋਂ ਜ਼ਕਰੀਆ ਖਾਨ ਦੀ ਮੌਤ ਹੁੰਦੀ ਹੈ ਤੇ ਇਧਰੋਂ ਭਾਈ ਤਾਰੂ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਕੀਤਾ, ਫਤਿਹ ਬੁਲਾਈ, ਜਿਹੜਾ ਕੌਲ ਸਿੰਘ ਨੇ ਕੀਤਾ ਸੀ ਕਿ ਤੂੰ ਮੈਨੂੰ ਜੁੱਤੀ ਅੱਗੇ ਲਿਜਾ ਕੇ ਕੀ ਕਰੇਂਗਾ, ਤੂੰ ਮੇਰੇ ਕੇਸਾਂ 'ਚ ਜੁੱਤੀਆਂ ਕੀ ਮਾਰੇਂਗਾ, ਤੇਰੀ ਮੌਤ ਹੀ ਮੇਰੇ ਇਸ ਪੈਰ ਦੀ ਜੁੱਤੀ ਨਾਲ ਹੋਵੇਗੀ, ਤੇਰੇ ਸਿਰ ਵਿੱਚ ਵੱਜੇਗੀ। ਤੇ ਉਹ ਜਿਹੜਾ ਬਚਨ ਹੋਇਆ ਸਿੰਘ ਦਾ ਤੇ ਇਤਿਹਾਸ ਤੁਸੀਂ ਪੜ੍ਹਦੇ ਹੋ ਤੇ ਇਉਂ ਜ਼ਕਰੀਆ ਖਾਨ ਦੀ ਮੌਤ ਹੋਈ। ਤੇ ਅੱਜ ਆਪਾਂ ਉਸ ਯੋਧੇ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਜਦੋਂ ਵੀ ਸੌਣ ਦਾ ਮਹੀਨਾ ਆਉਂਦਾ ਹੈ, ਪਹਿਲੀ ਸੌਣ ਆਉਂਦੀ ਹੈ ਤੇ ਸਾਨੂੰ ਨਾਲੋਂ ਨਾਲ ਭਾਈ ਤਾਰੂ ਸਿੰਘ ਜੀ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਓ ਸੰਖੇਪ ਵਿੱਚ ਮੈਂ ਬੇਨਤੀ ਕਰਾਂ। ਗੁਰੂ ਪਾਤਸ਼ਾਹ ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਵਣ ਭਾਵ ਸਾਵਣ, ਇਹ ਅਸਾੜ ਤਪੰਦਾ ਤਿਸ ਲੱਗੇ, ਹਾੜ ਦਾ ਮਹੀਨਾ ਬਤੀਤ ਹੁੰਦਾ ਹੈ। ਸੌਣ ਦੇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ। ਸਾਰੀ ਬਨਸਪਤੀ ਰਸ ਦੇ ਸਹਿਤ ਭਾਵ ਚਾਰ ਛਪੇਰੇ ਹਰਿਆਵਲ ਹੋ ਜਾਂਦੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੀ ਜੀਵ ਰੂਪੀ ਇਸਤਰੀ ਹੈ, ਜਿਹੜੀ ਭੜਕੀ ਹੋਈ ਹੈ, ਜਦੋਂ ਇਹਦੇ ਹਿਰਦੇ ਰੂਪ ਘਰ ਦੇ ਵਿੱਚ ਗੁਰੂ ਬੱਦਲ ਬਣ ਕੇ ਬਰਸਦਾ ਹੈ ਤਾਂ ਇਹਦੇ ਅੰਦਰ ਵੀ ਗੁਰੂ ਦੇ ਚਰਨ ਕਮਲਾਂ ਦਾ, ਗੁਰੂ ਦੇ ਉਪਦੇਸ਼ ਦਾ ਪਿਆਰ ਉਮੰਗ ਪੈਦਾ ਹੁੰਦੀ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ। ਉਸ ਜੀਵ ਰੂਪ ਇਸਤਰੀ ਦਾ ਮਨ ਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਗਿਆ ਤੇ ਤਨ ਦੇ ਉੱਪਰ ਖੁਸ਼ਹਾਲੀ ਦਾ ਆਉਣਾ ਸੁਭਾਵਿਕ ਹੈ। ਮਨ ਤਨ ਰਤਾ ਸੱਚ ਰੰਗ, ਗੁਰੂ ਦੇ ਪ੍ਰੇਮ ਵਿੱਚ ਇੱਕੋ ਨਾਮ ਆਧਾਰ। ਉਹਨਾਂ ਜੀਵ ਰੂਪ ਇਸਤਰੀਆਂ ਨੇ ਪਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਦਾ ਆਧਾਰ ਬਣਾਇਆ ਹੈ।
ਵਿਖਿਆ रंग कुड़ाविया दिसन सब्बे शार। संसार दे जिहड़े रंग ने ये कूड़े ने, ये झूठे लगन लग पैंदे ने जदों हिरदे रूप घर विच गुरु दा प्रेम रूप रंग पैदा हुंदा है। छार दे अर्थ ने एक सुवाह लगदे ने। ते सतगुरु सच्चे पातशाह कहंदे हर अमृत बूंद सुहावणी मिल साधु पीवणहार। गुरु रूप साधु ने जो आत्मक नाम जल दी जिहड़ी बूंद सी वो पीण दे समर्थ जोगा कर दिता। बण तिन प्रभ संग मौलिया समर्थ पुरख अपार। सारी बनस्पति जिवें मींह पैण दे नाल हरी भरी हो जाती है ते उस समर्थ प्रभु मालिक दी किरपा दे नाल जिहड़ा कण कण दे विच व्यापक है। जे कोई बंदा कहे कि रब नहीं है, वो परमात्मा अकाल पुरख वाहिगुरु नहीं है, तो वेख्या जाए। बेनती है जी जो लिखिया है मैनू समझ नहीं आ रहा, मोटा जा करके लिख के दे दो। सतगुरु जी किरपा करन। धन गुरु अर्जन देव महाराज सच्चे पातशाह कहंदे मिल साधु पीवणहार वण तिन प्रभ संग मौलिया समर्थ पुरख अपार। जे कोई कवे परमात्मा नहीं, वाहिगुरु नहीं है, वेखो फुੱਲ लगे ने। आ बाहर तुसी वेखो किन्ने सोहणे फुੱਲ लगे ने। उन्हां फुੱਲਾਂ ਦੀਆਂ पत्तियां वेखो, फुੱਲਾਂ ਦਾ रंग वेखो, फुੱਲਾਂ ਦੀ खुशबू वेखो, फुੱਲਾਂ ਦੇ ਉੱਪਰ ਜਿਹੜੀ ਮੰਡਾ ਰਹੀ है ਜਿਹੜੀ तितली वेखो, तितली ਦੇ ਖੰਭਾਂ ਦਾ रंग वेखो। कि ये परमात्मा नहीं? ये परमात्मा ही ते है जो दिसै सो तेरा रूप। फिर की परमात्मा तो बिना फुੱਲ पैदा हो सकते ने? कि परमात्मा तो बिना फुੱਲਾਂ ਦੇ ਵਿੱਚੋਂ सुगंधी आ सकती है? कदाचित भी नहीं। इसलिए गुरु साहब जी कहते हर अमृत बूंद सुहावणी मिल साधु पीवणहार। वण तिन प्रभ संग मौलिया समर्थ पुरख अपार। ओ व्यापक वाहिगुरु हर मिलणै नो मन लोचदा कर्म मिलावणहार। कहते फिर ਜਿਹੜੀਆਂ जीव रूप इस्तरियां आत्मक तौर ते गुरु दे प्रति जिन्हां दा प्यार है ना, वो फिर मन लोचदा है, मन तांग करदा है। कर्म दे अर्थ ने बख्शिश। फिर गुरु कृपा करके विछड़ी जीव रूप इस्तरी नूं अपने नाल मिला लैंदा है। जिन्नी सखिए प्रभ पाइया हों तिन कै सद बलिहार। जिन्हां जीव रूप इस्तरियां ने सखियां ने परमात्मा नूं पा लिया। गुरु अर्जन देव महाराज कहंदे मैं कुर्बान जाना, मैं सदके जाना। नानक हर जी मया कर शब्द सवार निहार। नानक पंजवे गुरु पातशाह जी कहंदे जिन्हां दे उपर मेरे मालिक ने, मेरे वाहिगुरु ने बख्शिश कृपा कर दिती है। शब्द शब्द दे दद्दे नूं सिहारी जिहदे अर्थ ने शब्द दे राही कहंदे उन्हां दा मनुखा जीवन सवर गया। सावण तिना सुहागणी जिन राम नाम उरहार। ते पातशाह जी अखीर विच साउण दे महीने तो ये आरंभता हुई सी। जिहड़ा आरंभ विच सावण आया ना, ਉਹਦੇ ਹੈਗਾ ਨਾਣੇ ਨੂੰ ਸਿਹਾਰੀ। ਤੇ ਜਿਹੜਾ ਅਖੀਰ ਵਿੱਚ ਆਇਆ ਸਾਵਣ, ਇਹਦਾ ਹੈਗੇ ਨਾਣੇ ਨੂੰ ਔਂਕੜ। ਅਰਥ ਬਦਲ ਗਿਆ। ਉੱਥੇ ਨੇ ਸਾਉਣ ਦੇ ਮਹੀਨੇ ਵਿੱਚ ਤੇ ਇਸ ਇੱਥੇ ਦੱਸਦੇ ਪਏ ਨੇ ਜਿਹੜਾ ਸਾਉਣ ਦੇ ਮਹੀਨੇ ਵਿੱਚ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ परमात्मा ਦੀ ਬੰਦਗੀ ਕੀਤੀ, ਜਿਨ੍ਹਾਂ ਦੇ ਹਿਰਦੇ ਰੂਪ ਘਰ ਵਿੱਚ परमात्मा ਦਾ ਨਾਮ ਵਸ ਗਿਆ, ਉਹ ਸੁਹਾਗਣਾ ਨੇ, ਉਹ ਧਨਤਾ ਦੇ ਯੋਗ ਹਨ। ਪਾਤਸ਼ਾਹ ਜੀ ਕਿਰਪਾ ਕਰਨ। ਇੰਨੀ ਕੁ ਹਾਜ਼ਰੀ ਆਪ ਸਮੁੱਚੀ ਸੰਗਤ ਨੇ ਪ੍ਰਵਾਨ ਕਰਨੀ। ਸੋ ਅੱਜ ਆਪਾਂ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਤਿੰਨਾਂ ਦੀ ਸ਼ਹਾਦਤ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਜੁੜ ਬੈਠੇ ਹਾਂ। ਉੱਥੇ ਨਾਲ ਹੀ ਜੋ ਗੁਰੂ ਘਰ ਦੇ ਸੇਵਾਦਾਰ ਕਾਫੀ ਲੰਮਾ ਸਮਾਂ ਭਾਈ ਸਾਹਿਬ ਭਾਈ ਕੇਵਲ ਸਿੰਘ ਜੀ ਗੁਰੂ ਕੇ ਲੰਗਰ ਵਿੱਚ ਸੇਵਾ ਕਰਦੇ ਰਹੇ। ਜਿਤਨੀ ਕਮਾਲਕ ਨੇ ਤਿੰਨਾਂ ਨੂੰ ਪਿਛਲੇ ਸਮੇਂ ਸਵਾਸਾਂ ਰੂਪੋਂ ਜੀ ਬਖਸ਼ਿਸ਼ ਕੀਤੀ ਸੀ, ਉਹਨੂੰ ਭੋਗਦਿਆਂ ਉਹ ਕਾਲ ਚਲਾਣਾ ਕਰ ਗਏ ਸਨ। ਤਿੰਨਾਂ ਦੇ ਨਿਮਿਤ ਤਿੰਨਾਂ ਦੇ ਸਮੁੱਚੇ ਪਰਿਵਾਰ ਵੱਲੋਂ, ਤਿੰਨਾਂ ਦੇ ਬੱਚੇ ਕਾਕਾ ਸਰਦਾਰ ਜਸਕਰਨ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਅੱਜ ਦੇ ਲੰਗਰਾਂ ਦੀਵਾਨਾਂ ਦੇਗਾਂ ਦੀ ਤੇ ਸ਼੍ਰੀ ਸੁਖਮ ਸਿੰਘ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਸੇਵਾਵਾਂ ਹੋਈਆਂ ਹਨ। ਪਾਤਸ਼ਾਹ ਜੀ ਕਿਰਪਾ ਕਰਨ ਜੀ, ਰਹਿਮਤ ਕਰਨ ਜੀ। ਸੋ ਬੇਨਤੀ ਹੈ ਕਿ ਮੇਰੇ ਤੋਂ ਬਾਅਦ ਇੱਕ ਬੁਲਾਰੇ ਨੇ ਹੋਰ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कबीरा वार्ता वार्ता जागूंगा मापी न जाने कोई ऐसी मापी तो करे बोर ना मरना हो।
ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਸਾਹਿਬ ਭਾਈ ਗੁਰਸਿੱਧ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਭਾਈ ਸਾਹਿਬ ਦੀ ਸ਼ਹਾਦਤ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਹੁਣ ਆਪਣੇ ਪਾਸ ਸਿੱਖ ਫॉर ਜਸਟਿਸ ਵੱਲੋਂ ਭਾਈ ਸਾਹਿਬ ਸਿੰਘ ਹਨ, ਉਹਨਾਂ ਦੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਦੇ ਹਨ। ਜਿਵੇਂ ਆਉਣ ਵਾਲੇ ਹਫ਼ਤੇ ਆਪਣੇ ਪਾਸ 2 ਅਖੰਡ ਪਾਠ ਸਾਹਿਬ ਹਨ, ਇੱਕ ਸਿੱਖ ਫॉर ਜਸਟਿਸ ਵੱਲੋਂ ਰਖਾਇਆ ਜਾਵੇਗਾ ਤੇ ਇੱਕ ਲੰਗਰ ਵਾਲੇ ਸਮੂਹ ਵੀਰਾਂ ਵੱਲੋਂ ਰਖਾਇਆ ਜਾਵੇਗਾ। ਤੇ 3 ਦਿਨ ਆਪਣੇ ਪਾਸ ਸ਼ੁੱਕਰਵਾਰ, ਸ਼ਨੀਚਰਵਾਰ ਤੇ ਐਤਵਾਰ ਗਿਆਨੀ ਕੁਲਜੀਤ ਸਿੰਘ ਜੀ ਦਿਲਵਰ, ਗਿਆਨੀ ਦਇਆ